ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਘਰ ਛੇਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਜਲ ਕਹਿਆ ਚਿਲਕਣਾ ਕੋਟਿਮ ਕਾਲੜੀ ਮਸ। ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ। ਉਜਲ ਕਹਿਆ ਚਿਲਕਣਾ ਕੋਟਿਮ ਕਾਲੜੀ ਮਸ। ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨਾ। ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸੰਨਾ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨਾ। ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸੰਨਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ। ਲੋਕ ਪਰਲੋਕ ਦੇ ਰਾਖੇ, ਚਵਰ ਛਤਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਖਾਲਸਾ ਸਤ ਸੰਗਤ ਜੀ। ਸਭ ਤੋਂ ਪਹਿਲਾਂ ਇੱਕ ਵਾਰੀ ਫੇਰ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਕੋ ਆਪਾਂ ਬੈਠੇ ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ, ਸਤਿਗੁਰਾਂ ਦੇ ਬੋਲ ਸੁਣਨ ਵਾਸਤੇ ਵੱਡੇ ਭਾਗਾਂ ਵਾਲੇ ਆ, ਵਡਿਆਈ ਦੇ ਪਾਤਰ। ਕਿਉਂਕਿ ਸਤਿਗੁਰਾਂ ਦੇ ਬੋਲ ਸੁਣਨ ਦਾ ਸੁਭਾਗ ਸਮਾਂ ਜਿਹੜਾ ਹੈ ਇਹ ਮਿਲਦਾ ਹੀ ਭਾਗਾਂ ਵਾਲਿਆਂ ਨੂੰ ਹੈ। ਜਿਹਦੇ ਭਾਗ ਹੁੰਦੇ ਨੇ, ਜਿਹਦੇ ਤੇ ਉਸ ਪਰਮ ਪਿਤਾ ਪਰਮਾਤਮਾ ਦੀ ਰਹਿਮਤ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਉਹ ਗੁਰੂ ਪਿਆਰਿਓ ਗੁਰੂ ਦੀ ਹਜ਼ੂਰੀ 'ਚ ਪਹੁੰਚਦਾ ਹੈ। ਜਿਹਦੇ ਤੇ ਬਖਸ਼ਿਸ਼ ਹੁੰਦੀ ਹੈ, ਕਿਰਪਾ ਹੁੰਦੀ ਹੈ, ਉਹ ਗੁਰੂ ਦੀ ਹਜ਼ੂਰੀ 'ਚ ਪਹੁੰਚ ਕੇ ਗੁਰੂ ਦੇ ਕੋਲ ਬਹਿੰਦਾ ਹੈ। ਗੁਰੂ ਦੇ ਕੋਲ ਬਹਿੰਦਾ ਹੈ, ਗੁਰੂ ਦੇ ਕੋਲ ਬਹਿ ਕੇ ਹਾਜ਼ਰੀ ਭਰਦਾ ਹੈ, ਹਾਜ਼ਰੀ ਲਵਾਉਂਦਾ ਹੈ। ਬੱਚਾ ਗੁਰੂ ਪਿਆਰਿਓ ਸਕੂਲ ਜਾਂਦਾ ਨਾ ਜਾਂ ਕਾਲਜ ਦੇ ਵਿੱਚ ਜਾਂਦਾ ਹੈ ਤੇ ਉੱਥੇ ਉਹਦੀ ਹਾਜ਼ਰੀ ਲੱਗਦੀ ਹੈ।
ਜਦੋਂ ਹਾਜ਼ਰੀ ਲੱਗ ਜਾਂਦੀ ਹੈ, ਹਾਜ਼ਰੀ ਲਾ ਕੇ ਬੱਚਾ ਤੁਰੰਤ ਜਿਹੜਾ ਹੈ, ਜੇ ਸਕੂਲ ਦੇ ਵਿੱਚੋਂ ਬਾਹਰ ਚਲਾ ਜਾਏ, ਘਰ ਦੇ ਵਿੱਚ ਆ ਜੇ ਤੇ ਸਮਝੇ ਕਿ ਮੇਰੀ ਹਾਜ਼ਰੀ ਲੱਗ ਗਈ, ਹੁਣ ਮੈਂ ਪਾਸ ਹੋ ਜਾਵਾਂਗਾ, ਉਹ ਪੇਪਰ 'ਚ ਬੈਠਣ ਦਾ ਅਧਿਕਾਰੀ ਤਾਂ ਹੋ ਗਿਆ, ਕਿਉਂਕਿ ਉਹਦੀਆਂ ਹਾਜ਼ਰੀਆਂ ਪੂਰੀਆਂ ਨੇ। ਪਰ ਉਹਨੇ ਸਿੱਖਿਆ ਕੀ ਹੈ? ਸਿੱਖਿਆ ਤਾਂ ਕੁਝ ਵੀ ਨਹੀਂ ਹੈ, ਸਕੂਲ 'ਚ ਬੈਠਾ ਹੀ ਨਹੀਂ ਹੈ, ਜਮਾਤ 'ਚ ਬੈਠਾ ਹੀ ਨਹੀਂ ਹੈ। ਜਿੰਨਾ ਚਿਰ ਸਿੱਖ ਸੰਗਤ ਦੇ ਵਿੱਚ ਬੈਠਣਾ ਨਹੀਂ ਨਾ ਆਰੰਭ ਕਰਦਾ, ਉਹਨਾਂ ਚਿਰ ਸਿੱਖ ਸਿੱਖ ਹੀ ਨਹੀਂ ਸਕਦਾ ਹੈ। ਤੇ ਸੰਗਤ ਕਿਹਦੀ? ਗੁਰੂ ਦੀ। ਇਸੇ ਕਰਕੇ ਸਾਡੇ ਮਹਾਨ ਸਤਿਗੁਰੂ ਸਾਹਿਬਾਨ ਨੇ ਇਹ ਮਰਿਆਦਾ ਸਥਾਪਿਤ ਕੀਤੀ ਹੈ, 2 ਵੇਲੇ ਸੰਗਤ ਕਰਨ ਦੀ। ਜੇ ਰੁਝੇਵੇਂ ਨੇ 2 ਵੇਲੇ ਸੰਗਤ ਨਹੀਂ ਹੋ ਸਕਦੀ, 1 ਵੇਲਾ ਤਾਂ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ। ਅੰਮ੍ਰਿਤ ਵੇਲੇ ਕਰ ਲਓ, ਸੰਧਿਆ ਵੇਲੇ ਕਰ ਲਓ, ਪਰ 1 ਵੇਲਾ ਸੰਗਤ ਜਿਹੜੀ ਹੈ ਜ਼ਰੂਰ ਕਰਨੀ ਚਾਹੀਦੀ ਹੈ। ਤੇ ਸੰਗਤ ਗੁਰੂ ਦੀ, ਜਿੱਥੇ ਬਾਣੀ ਪੜ੍ਹੀ ਜਾ ਰਹੀ ਹੈ, ਜਿੱਥੇ ਸੇਵਾ ਸਿਮਰਨ ਦੀ ਗੱਲ ਹੋ ਰਹੀ ਹੈ, ਜਿੱਥੇ ਬਾਣੀ ਦੀ ਵਿਚਾਰ ਹੋ ਰਹੀ ਹੈ, ਜਿੱਥੇ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦੀ ਗੱਲ ਹੋ ਰਹੀ ਹੈ, ਨਾਮ ਦੀ ਚਰਚਾ ਹੋ ਰਹੀ ਹੈ। ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਤਾਂ ਅਸੀਂ ਸੰਗਤ ਕਰਨ ਵਾਸਤੇ ਅੱਜ ਇਸ ਪਾਵਨ ਪਵਿੱਤਰ ਮਹਾਨ ਅਸਥਾਨ ਦੇ ਉੱਤੇ ਸੁਭਾਈਮਾਨ ਹਾਂ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ। ਅੱਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਪਾਤਸ਼ਾਹ ਦਾ ਹੁਕਮ ਆਇਆ, ਸਾਡੀ ਝੋਲੀ ਪਿਆ, ਉਸੇ ਹੀ ਪਾਵਨ ਪਵਿੱਤਰ ਹੁਕਮ ਦੀ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਦੇ ਮੁਤਾਬਕ ਆਪਾਂ ਨੇ ਵਿਚਾਰ ਸਾਂਝੀ ਕਰਨੀ ਹੈ। ਇਹ ਜਿਹੜਾ ਹੁਕਮ ਹੈ, ਇਹ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਇਆ ਹੈ। ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖ ਤੋਂ ਇਹ ਪਾਵਨ ਸ਼ਬਦ ਜਿਹੜਾ ਹੈ ਉਹ ਉਚਾਰਨ ਹੋਇਆ ਹੈ। ਸੂਹੀ ਰਾਗ ਦੇ ਵਿੱਚ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਇੱਕ ਰਹਾਉ ਦੀ ਪੰਕਤੀ ਹੈ। ਰਹਾਉ ਦੀ ਪੰਕਤੀ ਦੇ ਵਿੱਚ ਸ਼ਬਦ ਦਾ ਮੁੱਖ ਭਾਵ ਸਮੋਇਆ ਹੋਇਆ ਹੈ, ਜਿਹਨੂੰ ਅਸੀਂ ਕੇਂਦਰੀ ਭਾਵ ਵੀ ਕਹਿ ਸਕਦੇ ਹਾਂ ਔਰ ਸੈਂਟਰਲ ਆਈਡੀਆ ਵੀ ਅਸੀਂ ਕਹਿ ਸਕਦੇ ਹਾਂ। ਹੁਣ ਇਸ ਰਹਾਉ ਦੀ ਪੰਕਤੀ 'ਚ ਕੀ ਕਹਿ ਰਹੇ ਨੇ ਸਤਿਗੁਰੂ ਜੀ? ਸਭ ਤੋਂ ਪਹਿਲਾਂ ਇਹਦੇ ਤੇ ਅਸੀਂ ਆਪਣਾ ਧਿਆਨ ਜਿਹੜਾ ਹੈ ਉਹ ਕੇਂਦਰਿਤ ਕਰਨਾ ਹੈ। ਗੁਰੂ ਪਿਆਰਿਓ, ਕੀ ਕਹਿੰਦੇ ਨੇ? ਸੱਜਣ ਸੇਈ। ਸੇਈ ਦਾ ਮਤਲਬ ਹੈ ਉਹ। ਸੱਜਣ ਸੇਈ, ਸੱਜਣ ਉਹ ਹੈ ਨਾਲ ਮੈਂ, ਜਿਹੜਾ ਮੇਰੇ ਨਾਲ ਚਲਦਿਆਂ ਨਾਲ ਚੱਲਣ, ਮੇਰੇ ਨਾਲ ਚੱਲਦਿਆਂ ਨਾਲ ਚੱਲੇ। ਸੱਜਣ ਉਹ ਹੈ ਜਿਹੜਾ ਮੇਰੇ ਨਾਲ ਚੱਲਦਿਆਂ ਨਾਲ ਚੱਲੇ। ਇਤਿਹਾਸ ਕਹਿੰਦਾ ਹੈ ਕਿ ਇਹ ਪਾਵਨ ਪਵਿੱਤਰ ਮਹਾਵਾਕ ਜਿਹੜਾ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਾਕਿਸਤਾਨ ਦੇ ਅੰਦਰ, ਜ਼ਿਲ੍ਹਾ ਗੁਜਰਾਤ ਦੇ ਅੰਦਰ ਇੱਕ ਕਸਬਾ ਤੁਲੰਬਾ, ਜਿੱਥੇ ਸੱਜਣ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ, ਠੱਗੀਆਂ ਮਾਰਦਾ ਸੀ। ਸੱਜਣ ਠੱਗ ਜਿਹਨੂੰ ਕਿਹਾ ਹੈ। ਸਰਾਂ ਬਣਾਈ ਸੀ, ਲੋਕਾਂ ਨੂੰ ਰਿਹਾਇਸ਼ ਦਿੰਦਾ ਸੀ, ਰਾਹੀਆਂ ਪਾਂਧੀਆਂ ਮੁਸਾਫਰਾਂ ਨੂੰ, ਤੇ ਫਿਰ ਰਾਤ ਨੂੰ ਉਹਨਾਂ ਨੂੰ ਲੁੱਟ ਲੈਂਦਾ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਉਸ ਤੁਲੰਬੇ ਨਗਰ ਦੇ ਵਿੱਚ ਗਏ ਤਾਂ ਇਸ ਸੱਜਣ ਠੱਗ ਨਾਮੀ ਵਿਅਕਤੀ ਦੀ ਸਰਾਂ ਦੇ ਵਿੱਚ ਹੀ ਠਹਿਰੇ। ਉਹਨੇ ਸੋਚਿਆ ਕਿ ਕੋਈ ਰਾਜੇ ਮਹਾਰਾਜੇ ਦੇ ਪੁੱਤਰ ਨੇ ਫਕੀਰੀ ਬੇਸ ਦੇ ਵਿੱਚ, ਬਹੁਤ ਧਨ ਹੋਊਗਾ ਇਹਨਾਂ ਕੋਲ। ਰਾਤ ਨੂੰ ਲੁੱਟਣ ਦਾ ਇਰਾਦਾ ਧਾਰ ਲਿਆ।
ਪਰ ਜਦੋਂ ਇਤਿਹਾਸ ਕਹਿੰਦਾ ਲੁੱਟਣ ਵਾਸਤੇ ਸੱਜਣ ਜਿਹੜਾ ਹੈ ਠੱਗ ਜਿਹਨੂੰ ਕਹਿੰਦੇ ਸੀ, ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਇਆ ਤੇ ਅੱਗੋਂ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਸ਼ਬਦ ਗਾਇਨ ਕਰ ਰਹੇ ਸੀ। ਇਸ ਸ਼ਬਦ ਨੂੰ ਸੁਣ ਕੇ ਸੱਜਣ ਠੱਗ ਜਿਹੜਾ ਹੈ ਉਹ ਭਾਈ ਸੱਜਣ ਹੋ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਝੁਕ ਗਿਆ, ਕਦਮਾਂ 'ਚ ਝੁਕ ਗਿਆ। ਕਹਿੰਦਾ ਮਹਾਰਾਜ ਬੜੇ ਗੁਨਾਹ ਕੀਤੇ ਹੈ, ਬੜੇ ਪਾਪ ਕੀਤੇ ਹੈ, ਕਿਰਪਾ ਕਰਕੇ ਬਖਸ਼ ਲਓ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਬਖਸ਼ਣਾ ਹੈ ਉਸ ਕਰਤਾਰ ਨੇ। ਮਹਾਰਾਜ ਆਪਣਾ ਬੰਦਾ ਬਣਾ ਲਓ। ਕਹਿੰਦੇ ਉਸ ਰੱਬ ਦਾ ਬੰਦਾ, ਕਰਤਾਰ ਦਾ ਬੰਦਾ ਬਣ ਭਾਈ। ਕਹਿੰਦਾ ਸਤ ਬਚਨ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਿੱਖ ਹੋ ਗਿਆ। ਸਾਰੀ ਦੌਲਤ ਜਿਹੜੀ ਹੈ ਲੋੜਵੰਦਾਂ ਦੇ ਵਿੱਚ ਵਰਤਾ ਦਿੱਤੀ ਤੇ ਉਹ ਜਗ੍ਹਾ ਜਿੱਥੇ ਠੱਗੀਆਂ ਮਾਰਦਾ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਜਗ੍ਹਾ ਨੂੰ ਧਰਮਸ਼ਾਲਾ ਦੇ ਵਿੱਚ ਤਬਦੀਲ ਕਰਵਾ ਦਿੱਤਾ, ਜਿਹਨੂੰ ਅਸੀਂ ਅੱਜ ਗੁਰਦੁਆਰਾ ਸਾਹਿਬ ਕਹਿੰਦੇ ਹਾਂ, ਜਿੱਥੇ ਸੰਗਤ ਜੁੜਦੀ ਹੈ। ਕੇਵਲ ਗੁਰੂ ਪਿਆਰਿਓ, ਗੁਰੂ ਨਾਨਕ ਸਾਹਿਬ ਨੇ ਸੱਜਣ ਠੱਗ ਨੂੰ ਭਾਈ ਸੱਜਣ ਨਹੀਂ ਕੀਤਾ, ਉਹਦੇ ਭਾਗ ਨਹੀਂ ਜਗਾਏ, ਬਲਕਿ ਜਿਸ ਧਰਤੀ ਦੇ ਉੱਤੇ ਉਹ ਪਾਪ ਕਰਦਾ ਸੀ, ਦੁਸ਼ਕਰਮ ਕਰਦਾ ਸੀ, ਉਸ ਧਰਤੀ ਨੂੰ ਵੀ, ਪਾਪਾਂ ਵਾਲੀ ਧਰਤੀ ਨੂੰ ਭਾਗਾਂ ਵਾਲੀ ਧਰਤੀ ਬਣਾਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਪਹਿਲਾ ਗੁਰਦੁਆਰਾ ਸਿੱਖ ਧਰਮ ਦਾ, ਪਹਿਲੀ ਧਰਮਸਾਲ ਸਿੱਖ ਧਰਮ ਦੀ ਸੱਜਣ ਠੱਗ ਦੀ ਉਹ ਸਰਾਂ ਜਿਹੜੀ ਸੀ ਉਹ ਬਣੀ ਗੁਰੂ ਪਿਆਰਿਓ। ਜਿਹੜਾ ਭਾਈ ਹੋ ਗਿਆ, ਉਹ ਠੱਗ ਨਹੀਂ ਰਿਹਾ, ਉਹ ਭਾਈ ਹੋ ਗਿਆ। ਅੱਜ ਅਸੀਂ ਗੁਰੂ ਪਿਆਰਿਓ ਸੰਸਾਰ ਦੇ ਅੰਦਰ ਜਦੋਂ ਝਾਤ ਮਾਰਦੇ ਹਾਂ ਨਾ, ਤਾਂ ਅਸੀਂ ਕੀ ਦੇਖਦੇ ਹਾਂ? ਮਨੁੱਖ ਜਿਹੜਾ ਹੈ ਉਹ ਆਪਣੇ ਆਪ ਨੂੰ ਜਿਉਂਦਾ ਰੱਖਣ ਵਾਸਤੇ, ਆਪਣੇ ਪਰਿਵਾਰ ਨੂੰ ਜਿਉਂਦਾ ਰੱਖਣ ਵਾਸਤੇ ਕਈ ਵਾਰੀ ਗਲਤ ਹੱਥ ਕੰਡੇ ਜਿਹੜਾ ਉਹ ਅਪਣਾਉਂਦਾ ਹੈ, ਬੇਈਮਾਨੀ ਕਰਦਾ ਹੈ, ਚੋਰੀਆਂ ਕਰਦਾ ਹੈ, ਯਾਰੀਆਂ ਕਰਦਾ ਹੈ, ਠੱਗੀਆਂ ਮਾਰਦਾ ਹੈ ਔਰ ਕਤਲ ਤੱਕ ਕਰ ਦਿੰਦਾ ਹੈ। ਕਤਲ ਤੱਕ ਕਰ ਦਿੰਦਾ ਹੈ, ਕਤਲ ਤੱਕ ਕਰਵਾ ਦਿੰਦਾ ਹੈ। ਇੱਕ ਨਹੀਂ, ਦੋ ਨਹੀਂ, ਇਤਿਹਾਸ ਦੇ ਵਿੱਚ ਐਸੀਆਂ ਉਦਾਹਰਨਾਂ ਨੇ। ਇਹੋ ਜਿਹੇ ਵੀ ਬੰਦੇ ਜਿਹੜੇ ਨੇ ਉਹ ਹੋਏ ਨੇ ਜਿਨ੍ਹਾਂ ਨੇ ਆਪਣੇ ਰਾਜ ਲਈ, ਆਪਣੇ ਪੈਸੇ ਲਈ, ਆਪਣੀ ਜਾਇਦਾਦ ਲਈ, ਆਪਣੇ ਸੁੱਖ ਆਰਾਮ ਲਈ ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਵਿੱਚ ਲੋਕ ਕਤਲ ਕਰਵਾਏ ਨੇ, ਲੱਖਾਂ ਦੀ ਤਾਦਾਦ ਵਿੱਚ। ਇਤਿਹਾਸ ਗਵਾਹ ਹੈ ਇਸ ਗੱਲ ਦਾ। ਕਿਸ ਲਈ ਲੱਖਾਂ ਲੋਕ ਕਤਲ ਕਰਵਾਏ ਨੇ? ਸਿਰਫ ਆਪਣੀ ਲਾਲਸਾ ਨੂੰ ਪੂਰਾ ਕਰਨ ਵਾਸਤੇ। ਕੋਈ ਰਾਸੀ ਲਾਲਸਾ ਨੂੰ ਪੂਰਨ ਕਰਨ ਵਾਸਤੇ, ਕੋਈ ਧਨ ਦੀ ਲਾਲਸਾ ਨੂੰ ਪੂਰਨ ਕਰਨ ਵਾਸਤੇ, ਕੋਈ ਸ਼ੋਹਰਤ ਦੀ ਲਾਲਸਾ ਨੂੰ ਪੂਰਨ ਕਰਨ ਵਾਸਤੇ, ਵਡਿਆਈ ਦੀ ਲਾਲਸਾ ਨੂੰ ਪੂਰਨ ਕਰਨ ਵਾਸਤੇ ਹਜ਼ਾਰਾਂ ਨਹੀਂ ਲੱਖਾਂ ਕਤਲ ਜਿਹੜੇ ਨੇ ਉਹ ਕਰਵਾਏ ਨੇ। ਬੱਚਿਆਂ ਤੱਕ ਜਿਹੜੇ ਨੇ ਉਹ ਕਤਲ ਕਰਵਾਏ ਨੇ, ਇਸਤਰੀਆਂ ਤੱਕ ਜਿਹੜਾ ਉਹ ਕਤਲ ਕਰਵਾਈਆਂ ਨੇ। ਇਹ ਸੁਭਾਅ ਹੈ ਮਨੁੱਖ ਦਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਸ਼ਬਦ ਦੇ ਰਾਹੀਂ ਸਾਨੂੰ ਇਹ ਕਹਿ ਰਹੇ ਨੇ, ਪੁਰਖਾ ਕਰ ਤਾਂ ਰਹੇ ਸਭ ਕੁਝ, ਪਰ ਇਹ ਦੱਸ ਤੇਰੇ ਨਾਲ ਕੀ ਜਾਣਾ? ਕਰ ਤਾਂ ਰਿਹਾ ਤੂੰ, ਪਰ ਤੇਰੇ ਨਾਲ ਕੀ ਜਾਣਾ? ਨਾਲ ਤੇਰੇ ਕੁਝ ਨਹੀਂ ਜਾਣਾ। ਤੇਰਾ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ ਹੈ, ਤੇਰਾ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ ਹੈ। ਜਾਂਦਾ ਦੇਖਿਆ ਗੁਰੂ ਪਿਆਰਿਓ ਆਪਾਂ, ਕਿਸੇ ਦਾ ਸਰੀਰ ਕਿਸੇ ਦੇ ਨਾਲ ਨਹੀਂ ਜਾਂਦਾ। ਜੇ ਸਰੀਰ ਨਹੀਂ ਜਾਂਦਾ ਤੇ ਧਨ ਦੌਲਤ ਜਾਇਦਾਦ ਕਿਵੇਂ ਜਾ ਸਕਦੀ? ਕਹਿੰਦੇ ਇੱਕ ਸੇਠ ਨੇ ਆਪਣੇ ਨੌਕਰ ਨੂੰ, ਪਿੰਡ ਚੱਲਿਆ ਸੀ, 1 ਰੁਪਈਆ ਦਿੱਤਾ। ਉਹ ਨੌਕਰ ਵਿਚਾਰਾ ਸਿੱਧਾ ਸਾਦਾ ਸੀ। ਉਹ ਮਾਲਕ ਜਿਹੜਾ ਆਪਣੇ ਨੌਕਰ ਤੋਂ ਹਮੇਸ਼ਾ ਅੱਕਿਆ ਰਹਿੰਦਾ ਸੀ। ਪਿੰਡ ਜਾਣ ਲੱਗਿਆ ਤੇ ਉਹਨੇ ਉਹਦੀ ਥੇਲੀ ਦੇ ਉੱਤੇ 1 ਰੁਪਈਆ ਰੱਖ ਕੇ ਕਿਹਾ, ਕਹਿੰਦੇ ਜਾ 1 ਰੁਪਈਆ ਲੈ ਜਾ। ਸਿੱਧਾ ਸੀ, ਕਹਿੰਦਾ ਜੀ ਮੈਂ ਕੀ ਕਰਨਾ? ਕਹਿੰਦੇ ਜਿਹੜਾ ਤੇਰੇ ਨਾਲੋਂ ਮੂਰਖ ਹੋਇਆ ਨਾ ਜ਼ਿਆਦਾ, ਉਹਨੂੰ ਦੇ ਦੀ। ਕਹਿੰਦਾ ਸਤ ਬਚਨ। ਤੁਰ ਪਿਆ। ਕਿਤੇ ਤੀਜੀ ਚੌਥੀ ਪੰਜਵੀਂ ਮਹੀਨੀ ਜਦੋਂ ਵਾਪਸ ਆਇਆ, ਕੀ ਦੇਖਦਾ ਹੈ? ਉਹਦਾ ਜਿਹੜਾ ਮਾਲਕ ਹੈ ਨਾ ਉਹ ਮੰਜੇ ਤੇ ਪਿਆ, ਬਿਮਾਰ ਹੈ। ਉਹ ਪੁੱਛਦਾ, ਕਹਿੰਦਾ ਸੇਠ ਜੀ ਕੀ ਹੋ ਗਿਆ? ਉਹ ਕਹਿੰਦਾ ਹੋਣਾ ਕੀ ਹੈ, ਬਸ ਹੁਣ ਤਾਂ ਅੰਤਲੇ ਸਫ਼ਰ ਦੀ ਤਿਆਰੀ ਹੈ। ਕਹਿੰਦਾ ਅੰਤਲੇ ਸਫ਼ਰ ਦੀ ਤਿਆਰੀ ਹੈ? ਕਹਿੰਦੇ ਕਿੰਨਾ ਕੁ ਲੰਬਾ ਸਫ਼ਰ ਹੈ ਜੀ?
ਕਹਿੰਦੇ ਉਹ ਪੁਰਖਾ ਤੂੰ ਮੂਰਖ ਹੀ ਰਿਹਾ, ਇਹ ਜਿਹੜਾ ਸਫ਼ਰ ਮੈਂ ਕਰਨਾ ਨਾ ਹੁਣ, ਇਹ ਕਹਿੰਦੇ ਮੀਲਾਂ ਕਿਲੋਮੀਟਰਾਂ ਦੇ ਵਿੱਚ ਨਹੀਂ ਮਾਪਿਆ ਜਾ ਸਕਦਾ, ਕੋਹਾਂ ਦੇ ਵਿੱਚ ਨਹੀਂ ਮਾਪਿਆ ਜਾ ਸਕਦਾ, ਬਹੁਤ ਲੰਬਾ ਸਫ਼ਰ ਹੈ। ਉਹ ਕਹਿੰਦਾ ਜਨਾਬ ਅੱਗੇ ਤਾਂ ਜਦੋਂ ਤੁਸੀਂ 20 ਕੋ 50 ਕੋ 60 ਕੋ 70 ਕੋ ਸਫ਼ਰ ਕਰਨਾ ਹੁੰਦਾ ਸੀ, ਤੁਹਾਡੇ ਦਰਵਾਜ਼ੇ ਦੇ ਉੱਤੇ ਗੱਡੇ ਤਿਆਰ ਖੜੇ ਹੁੰਦੇ ਸੀ, ਘੋੜੇ ਤਿਆਰ ਖੜੇ ਹੁੰਦੇ ਸੀ, ਸਮਾਨ ਲੱਦਿਆ ਹੁੰਦਾ ਸੀ, ਤੇ ਬਾਹਰ ਤਿਆਰੀ ਤਾਂ ਕੋਈ ਦਿਸਦੀ ਨਹੀਂ, ਤੁਸੀਂ ਕਹਿੰਦੇ ਹੋ ਲੰਬਾ ਸਫ਼ਰ ਕਰਨਾ। ਉਹ ਕਹਿੰਦਾ ਤੂੰ ਮੂਰਖ ਹੀ ਰਿਹਾ, ਉਹ ਮੈਂ ਜਿਹੜੇ ਸਫ਼ਰ ਤੇ ਜਾਣਾ, ਇਸ ਸਫ਼ਰ ਦੇ ਨਾਲ ਮੇਰੇ ਕੁਝ ਨਹੀਂ ਜਾਣਾ ਹੈ, ਕੁਝ ਵੀ ਨਹੀਂ ਜਾਣਾ, ਨਾ ਗੱਡੇ ਨਾ ਘੋੜੇ ਨਾ ਸਮਾਨ ਜਾਣਾ। ਕਹਿੰਦਾ ਜੀ ਵਾਪਸ ਕਦੋਂ ਆਉਂਗੇ? ਉਹ ਕਹਿੰਦਾ ਮੂਰਖਾ ਇਸ ਸਫ਼ਰ ਤੇ ਗਿਆ ਬੰਦਾ ਕਦੇ ਵਾਪਸ ਨਹੀਂ ਆਉਂਦਾ, ਕਦੇ ਵੀ ਵਾਪਸ ਨਹੀਂ ਆਉਂਦਾ। ਉਹ ਕਹਿੰਦਾ ਸੇਠ ਜੀ ਅੱਛਾ। ਉਹਨੇ ਆਪਦੇ ਖੀਸੇ ਦੇ ਵਿੱਚੋਂ ਰੁਪਈਆ ਜਿਹੜਾ ਸੇਠ ਨੇ ਦਿੱਤਾ ਸੀ ਉਹ ਕੱਢਿਆ ਤੇ ਸੇਠ ਦੀ ਹਥੇਲੀ ਤੇ ਰੱਖਤਾ। ਕਹਿੰਦਾ ਇਹ ਕੀ ਹੈ? ਕਹਿੰਦਾ ਜੀ ਰੁਪਈਆ ਜਿਹੜਾ ਤੁਸੀਂ ਮੈਨੂੰ ਦਿੱਤਾ ਸੀ, ਤੇ ਤੁਸੀਂ ਮੈਨੂੰ ਕਿਹਾ ਸੀ ਜਿਹੜਾ ਤੇਰੇ ਨਾਲੋਂ ਵੱਧ ਮੂਰਖ ਹੋਵੇ ਉਹਨੂੰ ਦੇ ਦੀ, ਤੇ ਮੈਨੂੰ ਅੱਜ ਕਹਿੰਦੇ ਜੀ ਤੁਹਾਡੇ ਨਾਲੋਂ ਵੱਧ ਮੂਰਖ ਜਿਹੜਾ ਮੈਨੂੰ ਕੋਈ ਲੱਭਿਆ ਹੀ ਨਹੀਂ। ਉਹ ਕਹਿੰਦਾ ਮੈਂ ਮੂਰਖ ਕਿਵੇਂ ਆ? ਕਹਿੰਦਾ ਤੁਸੀਂ ਮੂਰਖ ਇਸ ਕਰਕੇ ਹੋ ਜਦੋਂ ਤੁਹਾਨੂੰ ਪਤਾ ਸੀ ਕਿ ਮੈਂ ਇੱਕ ਅੰਤਲੇ ਸਫ਼ਰ ਪੈਣਾ ਜਿੱਥੋਂ ਵਾਪਸ ਨਹੀਂ ਆਉਣਾ, ਨਾਲ ਕੁਝ ਨਹੀਂ ਜਾਣਾ, ਤੇ ਸਾਰੀ ਜ਼ਿੰਦਗੀ ਐਵੇਂ ਕਹਿੰਦੇ ਤੁਸੀਂ ਕੋਠੀਆਂ ਕਾਰਾਂ ਗੱਡੇ ਬੰਗਲੇ ਘੋੜੇ ਬਣਾਉਂਦੇ ਰਹੇ, ਐਵੇਂ ਬੇਕਾਰ ਹੀ ਬਣਾਉਂਦੇ ਰਹੇ, ਜਦੋਂ ਤੁਹਾਨੂੰ ਇਸ ਗੱਲ ਦਾ ਇਲਮ ਸੀ ਕਿ ਨਾਲ ਜਾਣਾ ਹੀ ਕੁਛ ਨਹੀਂ ਹੈ। ਉਹਨੂੰ ਵੀ ਠੱਗ, ਉਹਨੂੰ ਵੀ ਠੱਗ, ਉਹਨੂੰ ਵੀ ਲੁੱਟ, ਉਹਨੂੰ ਵੀ ਲੁੱਟ, ਕਾਹਦੇ ਵਾਸਤੇ? ਨਾਲ ਕੁਝ ਨਹੀਂ ਜਾਣਾ। ਪਰ ਇੱਥੇ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਰਹਾਉ ਦੀ ਪੰਕਤੀ ਦੇ ਵਿੱਚ ਬਚਨ ਕਹਿੰਦੇ ਨੇ, ਕਹਿੰਦੇ ਇੱਕ ਚੀਜ਼ ਨੇ ਨਾਲ ਜਾਣਾ, ਹੋਰ ਕਿਸੇ ਨੇ ਨਾਲ ਨਹੀਂ ਜਾਣਾ। ਉਹ ਕੀ ਹੈ? ਉਹ ਹੈ ਗੁਰੂ ਪਿਆਰਿਓ ਇਨਸਾਨ ਦੇ ਕੀਤੇ ਕਰਮ, ਚਾਹੇ ਉਹ ਚੰਗੇ ਹੈ ਤੇ ਚਾਹੇ ਉਹ ਮਾੜੇ, ਚਾਹੇ ਗਲੇ ਕੱਟੇ ਹੈ, ਚਾਹੇ ਬੇਈਮਾਨੀਆਂ ਕੀਤੀਆਂ ਹੈ, ਚਾਹੇ ਗੁਰੂ ਪਿਆਰਿਓ ਪਾਪ ਕੀਤੇ ਹੈ, ਤੇ ਚਾਹੇ ਧਰਮ ਕੀਤਾ ਹੈ, ਸੇਵਾ ਕੀਤੀ ਹੈ, ਸਿਮਰਨ ਕੀਤਾ ਹੈ, ਇਹਨੇ ਨਾਲ ਜਾਣਾ। ਤੇ ਮੁੱਲ ਕਿਹਦਾ ਪੈਣਾ? ਕੀਮਤ ਕਿਹਦੀ ਪੈਣੀ ਹੈ? ਕੀਮਤ ਪੈਣੀ ਹੈ ਗੁਰੂ ਪਿਆਰਿਓ ਧਰਮ ਦੀ, ਸੇਵਾ ਦੀ, ਸਿਮਰਨ ਦੀ, ਬੰਦਗੀ ਦੀ। ਅਸੀਂ ਦੇਖਦੇ ਹਾਂ ਨਾ ਸਮਾਜ ਦੇ ਵਿੱਚ ਜੇ ਕੋਈ ਗਲਤ ਕੰਮ ਕਰਦਾ ਸਜ਼ਾ ਮਿਲਦੀ ਹੈ, ਤੇ ਜੇ ਕੋਈ ਚੰਗੇ ਕੰਮ ਕਰਦਾ ਤੇ ਸਨਮਾਨ ਮਿਲਦਾ ਹੈ। ਇਹੋ ਹੀ ਅਸੀਂ ਦੇਖਦੇ ਹਾਂ ਨਾ ਸਮਾਜ ਦੇ ਵਿੱਚ, ਇਹੋ ਤੱਕਦੇ ਹਾਂ ਕਿ ਜੇ ਕੋਈ ਗਲਤ ਕੰਮ ਕਰਦਾ ਤੇ ਉਸ ਨੂੰ ਸਜ਼ਾ ਮਿਲਦੀ ਹੈ, ਤੇ ਜੇ ਕੋਈ ਮਾੜੇ ਕੰਮ ਕਰਦਾ ਉਹਨੂੰ ਸਜ਼ਾ ਮਿਲਦੀ ਹੈ, ਜੇ ਕੋਈ ਚੰਗਾ ਕਰਦਾ ਤੇ ਉਹਨੂੰ ਸਨਮਾਨ ਮਿਲਦਾ ਹੈ। ਦੋ ਸੱਸੇ ਨੇ, ਇੱਕ ਸਜ਼ਾ ਇੱਕ ਸਨਮਾਨ। ਮਾੜੇ ਕੰਮ ਕਰਨ ਵਾਲੇ ਨੂੰ ਸਜ਼ਾ ਮਿਲਦੀ ਹੈ ਤੇ ਚੰਗੇ ਕੰਮ ਕਰਨ ਵਾਲੇ ਦਾ ਸਨਮਾਨ ਹੁੰਦਾ ਹੈ। ਤੇ ਪਰਮੇਸ਼ਵਰ ਦੀ ਦਰਗਾਹ ਦੇ ਵਿੱਚ ਜਿਹਦੇ ਕੋਲੇ ਭਜਨ ਹੈ, ਸੇਵਾ ਹੈ, ਸਿਮਰਨ ਹੈ, ਬੰਦਗੀ ਹੈ, ਉਹਦਾ ਸਨਮਾਨ ਹੈ, ਤੇ ਜਿਹਦੇ ਗੁਰੂ ਪਿਆਰਿਓ ਕੋਲ ਬੇਈਮਾਨੀ ਹੈ, ਪਾਪ ਹੈ, ਗੁਨਾਹ ਹੈ, ਉਹਨੂੰ ਸਜ਼ਾ ਹੈ। ਕਰਮ ਨਾਲ ਜਾਣੇ ਨੇ, ਕਰਮਾਂ ਨੇ ਨਾਲ ਨਿਭਣਾ। ਇਸ ਕਰਕੇ ਸਾਡਾ ਜਿਹੜਾ ਅਸਲੀ ਮਿੱਤਰ ਹੈ, ਜਿਹਨੇ ਸਾਨੂੰ ਸਨਮਾਨ ਦਿਵਾਉਣਾ ਹੈ, ਇੱਜ਼ਤ ਦਿਵਾਉਣੀ ਹੈ, ਉਹ ਗੁਰੂ ਪਿਆਰਿਓ ਨਾਮ ਹੈ, ਭਜਨ ਹੈ, ਸੇਵਾ ਹੈ, ਸਿਮਰਨ ਹੈ, ਬੰਦਗੀ ਹੈ, ਵਾਹਿਗੁਰੂ ਹੈ, ਗੁਰੂ ਹੈ, ਸੰਗਤ ਹੈ। ਵਾਹਿਗੁਰੂ, ਵਾਹਿਗੁਰੂ ਦਾ ਨਾਮ, ਸੇਵਾ, ਸਿਮਰਨ, ਸੰਗਤ, ਇਹ ਗੁਰੂ ਪਿਆਰਿਓ ਜਿਹੜਾ ਨਾ ਇਹ ਅਸਲੀ ਮਿੱਤਰ ਹੈ, ਅਸਲੀ ਸੱਜਣ ਹੈ। ਜੇ ਅਸੀਂ ਜ਼ਿੰਦਗੀ 'ਚ ਕਮਾਇਆ ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚੱਲਣ। ਸੱਜਣ ਸਈ, ਸੱਜਣ ਉਹ ਹੈ ਚਲਦਿਆਂ, ਜਿਹੜਾ ਚਲਦਿਆਂ ਚੱਲਣ ਵਕਤ, ਕਦੋਂ? ਆਖਰੀ ਪੰਧ ਦੇ ਉੱਤੇ, ਆਖਰੀ ਮੰਜ਼ਿਲ ਵੱਲ ਚਲਦਿਆਂ ਨਾਲ ਚੱਲਣ, ਨਾਲ ਚੱਲਣ, ਨਾਲ ਚੱਲਣ, ਤੇ ਸਨਮਾਨ ਵੀ ਦਿਵਾਉਣ, ਇੱਜ਼ਤ ਵੀ ਦਿਵਾਉਣ, ਫਸਾ ਨਾ ਦੇਣ। ਸੱਜਣ ਤਾਂ ਉਹੀ ਹੈ ਨਾ ਜਿਹੜਾ ਨਾਲ ਜਾ ਕੇ ਸਨਮਾਨ ਦਿਵਾਵੇ, ਇੱਜ਼ਤ ਕਰਵਾਵੇ। ਉਹ ਸੱਜਣ ਕਾਹਦਾ ਜਿਹੜਾ ਨਾਲ ਜਾ ਕੇ ਤੇ ਉੱਥੇ ਫਸਾ ਦੇ? ਉਹ ਸੱਜਣ ਥੋੜ੍ਹੀ ਹੈ।
ਅਸੀਂ ਇਹੋ ਜਿਹੇ ਸੱਜਣਾ ਨਾਲ ਸੱਜਣਤਾਈ ਪਾਈ ਹੋਈ ਹੈ ਜਿਹੜੇ ਫਸਾਉਣ ਵਾਲੇ ਹੈ, ਤੇ ਐਸੇ ਸੱਜਣ ਕੱਚੇ ਆ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆ। ਕੱਚਿਆਂ ਨਾਲੋਂ ਰਿਸ਼ਤਾ ਤੋੜ ਲਓ, ਕੱਚਿਆਂ ਨਾਲੋਂ ਨਾਤਾ ਤੋੜ ਲਓ। ਕੱਚਿਆਂ ਨੇ ਤੁਹਾਡਾ ਕੁਝ ਨਹੀਂ ਸਵਾਰਨਾ। ਤੇ ਪੱਕਾ ਕੌਣ ਹੈ? ਪੱਕਾ ਹੈ ਸਭ ਤੋਂ ਵੱਧ ਅਕਾਲ ਪੁਰਖ, ਪੱਕਾ ਹੈ ਸਤਿਗੁਰੂ, ਪੱਕਾ ਹੈ ਅਕਾਲ ਪੁਰਖ ਦਾ ਨਾਮ, ਪੱਕਾ ਹੈ ਸੇਵਾ, ਪੱਕੀ ਹੈ ਸਿਮਰਨ ਬੰਦਗੀ, ਇਹ ਪੱਕਾ ਹੈ। ਤੇ ਦੂਜੀ ਪੰਕਤੀ ਚ ਮਹਾਰਾਜ ਕਹਿੰਦੇ, ਜਿੱਥਾ ਲੇਖਾ ਮੰਗੀਐ, ਜਿੱਥੇ ਲੇਖਾ ਮੰਗਿਆ ਜਾਏ, ਪੁੱਛਿਆ ਜਾਵੇ ਵੀ ਦੱਸ ਭਾਈ ਕੀ ਕੀਤਾ, ਤਿੱਥੈ ਖੜਾ ਦਿਸਨ, ਉੱਥੇ ਖੜੇ ਹੋ ਕੇ ਦਿਸਣ, ਫਿਰ ਚਮਕਾ ਮਾਰਦੇ ਹੋਣ, ਮੈਂ ਗਵਾਹ ਹਾਂ ਜੀ। ਇਹ ਪਾਕ ਹੈ, ਇਹਦਾ ਸਨਮਾਨ ਹੋਣਾ ਚਾਹੀਦਾ, ਇਹ ਪਵਿੱਤਰ ਹੈ, ਇਹਦਾ ਸਨਮਾਨ ਹੋਣਾ ਚਾਹੀਦਾ। ਤੇ ਐਸਾ ਕਿਹੜਾ ਸੱਜਣ ਹੈ ਜਿਹੜਾ ਕਹੂਗਾ ਇਹ ਪਾਕ ਹੈ, ਇਹ ਪਵਿੱਤਰ ਹੈ, ਇਹਦਾ ਸਨਮਾਨ ਹੋਣਾ ਚਾਹੀਦਾ? ਉਹ ਹੈ ਨਾਮ, ਬੰਦਗੀ, ਵਾਹਿਗੁਰੂ, ਗੁਰੂ। ਅਸਲੀ ਸੱਜਣ ਹੈ ਗੁਰੂ ਪਿਆਰਿਓ। ਪੁੱਛਿਆ ਜਾਣਾ ਹੈ ਸਾਨੂੰ ਕਿ ਕੀ ਹੈ ਪੱਲੇ। ਅੱਜ ਇੱਕ ਟ੍ਰੈਂਡ ਚੱਲਿਆ ਹੋਇਆ ਸਵਾਲ ਪੁੱਛਣ ਦਾ। ਹਰ ਕੋਈ ਕਹਿੰਦਾ ਮੈਂ ਸਵਾਲ ਪੁੱਛਣਾ, ਗਲੀ 'ਚ, ਬਾਜ਼ਾਰਾਂ 'ਚ, ਚੌਂਕਾਂ 'ਚ ਮੈਂ ਸਵਾਲ ਪੁੱਛਣਾ। ਕੀ ਕੀਤਾ ਦੇਸ਼ ਲਈ, ਕੀ ਕੀਤਾ ਕੌਮ ਲਈ, ਕੀ ਕੀਤਾ ਮਹੱਲੇ ਲਈ, ਕੀ ਕੀਤਾ ਸਮਾਜ ਲਈ। ਪਰ ਇੱਕ ਗੱਲ ਚੇਤੇ ਰੱਖਿਓ, ਸਵਾਲ ਸਾਨੂੰ ਸਭ ਨੂੰ ਪੁੱਛਿਆ ਜਾਣਾ। ਤੁਸੀਂ ਕੀ ਕੀਤਾ ਆਪਣੇ ਲਈ? ਤੁਸੀਂ ਲੋਕਾਂ ਨੂੰ ਪੁੱਛਦੇ ਹੋ ਸਮਾਜ ਲਈ ਕੀ ਕੀਤਾ, ਦੇਸ਼ ਲਈ ਕੀ ਕੀਤਾ, ਕੌਮ ਲਈ ਕੀ ਕੀਤਾ, ਮਹੱਲੇ ਲਈ, ਗਲੀ ਲਈ ਕੀ ਕੀਤਾ। ਤੁਹਾਡੇ ਤੋਂ ਵੀ ਸਵਾਲ ਪੁੱਛਿਆ ਜਾਣਾ, ਤੁਸੀਂ ਆਪਦੇ ਖੁਦ ਲਈ ਕੀ ਕੀਤਾ। ਸਮਾਜ ਤਾਂ ਛੱਡੋ, ਗਲੀ ਮਹੱਲਾ ਤਾਂ ਛੱਡੋ, ਸ਼ਹਿਰ ਤਾਂ ਛੱਡੋ, ਤੁਸੀਂ ਖੁਦ ਆਪਣੇ ਲਈ ਕੀ ਕੀਤਾ? ਕੁਝ ਵੀ ਨਹੀਂ ਕੀਤਾ, ਗੱਲਾਂ ਹੀ ਮਾਰੀਆਂ ਨੇ। ਤੁਹਾਡੇ ਪੱਲੇ ਕੀ ਹੈ? ਕਹਿੰਦੇ ਇਹ ਸਾਨੂੰ ਵੀ ਪੁੱਛਿਆ ਜਾਣਾ। ਤੁਹਾਡੇ ਪੱਲੇ ਕੀ ਹੈ? ਇਹ ਇੱਕ ਦਿਨ ਸਾਨੂੰ ਵੀ ਪੁੱਛਣਾ। ਕਸ਼ਮੀਰ ਦੇ ਵਿੱਚ ਇੱਕ ਫਕੀਰ ਸੀ, ਛੋਲੇ ਵੇਚਦਾ ਸੀ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਬਚਪਨ ਦੇ ਵਿੱਚ ਘੁੰਗਣੀਆਂ ਵੇਚਦੇ ਸੀ ਨਾ, ਉਵੇਂ ਉਹ ਵੀ ਘੁੰਗਣੀਆਂ ਵੇਚਦਾ ਸੀ। ਉਹਦੀ ਜਿਹੜੀ ਘਰ ਵਾਲੀ ਸੀ, ਉਹਨੂੰ ਰਾਤ ਨੂੰ ਛੋਲੇ ਭਿਉਂ ਦਿੰਦੀ, ਸਵੇਰੇ ਉੱਠ ਕੇ ਉਹਨੂੰ ਤੜਕਾ ਲਾ ਕੇ ਉਹਨੂੰ ਦੇ ਦਿੰਦੀ। ਉਹਦੀ ਇੱਕ ਖਾਸੀਅਤ ਸੀ ਕਿ ਜੇ ਕੋਈ ਖੋਟਾ ਸਿੱਕਾ ਉਹਨੂੰ ਦਿੰਦਾ ਨਾ, ਖੋਟਾ ਪੈਸਾ, ਨਕਲੀ ਪੈਸਾ, ਉਹ ਰੱਖ ਲੈਂਦਾ ਸੀ ਤੇ ਬਦਲੇ 'ਚ ਛੋਲੇ ਦੇ ਦਿੰਦਾ ਸੀ। ਮਸ਼ਹੂਰ ਹੋ ਗਿਆ ਵੀ ਖੋਟੇ ਸਿੱਕੇ ਚਲਾ ਲੈਂਦਾ ਫਕੀਰ। ਹੁਣ ਲੋਕ ਖੋਟਾ ਸਿੱਕਾ ਸੁੱਟਦੇ ਨਹੀਂ ਹੈ, ਸੰਭਾਲ ਕੇ ਰੱਖ ਲੈਂਦੇ ਨੇ ਵੀ ਜਦੋਂ ਕਿਤੇ ਛੋਲੇ ਵੇਚਣ ਵਾਲਾ ਆਇਆ ਨਾ, ਉਹ ਲੈ ਲੈਂਦਾ, ਛੋਲੇ ਖਾਵਾਂਗੇ। ਸੁੱਟਣਾ ਕਾਹਦੇ ਵਾਸਤੇ ਹੈ ਖੋਟਾ ਸਿੱਕਾ? ਪਰ ਉਹ ਜਵਾਬ ਨਹੀਂ ਸੀ ਦਿੰਦਾ ਕਿਸੇ ਨੂੰ। ਜਿਹੜਾ ਖੋਟਾ ਸਿੱਕਾ ਦਿੰਦਾ ਉਹ ਜੇਬ 'ਚ ਪਾ ਲੈਂਦਾ, ਬਦਲੇ 'ਚ ਛੋਲੇ ਦੇ ਦਿੰਦਾ। ਇੱਕ ਦਿਨ ਘਰ ਵਾਲੀ ਕਹਿਣ ਲੱਗੀ, ਕਹਿੰਦੀ ਜੀ ਅੱਜ ਛੋਲੇ ਤਿਆਰ ਨਹੀਂ ਕੀਤੇ। ਕਹਿੰਦਾ ਕਿਉਂ? ਕਹਿੰਦੇ ਰਾਸ਼ਨ ਵਾਲੇ ਨੇ ਸਮਾਨ ਹੀ ਨਹੀਂ ਦਿੱਤਾ, ਦੁਕਾਨਦਾਰ ਨੇ ਸਮਾਨ ਹੀ ਨਹੀਂ ਦਿੱਤਾ। ਕਹਿੰਦਾ ਕਿਉਂ? ਕਹਿੰਦੇ ਜੀ ਪੈਸੇ ਹੈ ਨਹੀਂ। ਕਹਿੰਦਾ ਪੈਸੇ ਜਮਾ ਹੀ ਖਤਮ ਹੋ ਗਏ, ਸਾਰੇ ਮੁੱਕ ਗਏ। ਕਹਿੰਦੀ ਨਹੀਂ ਆ, ਕਹਿੰਦੀ ਕੁੱਜਾ ਭਰਿਆ ਪਿਆ ਖੋਟੇ ਸਿੱਕਿਆਂ ਦਾ। ਜਿਹੜੇ ਤੂੰ ਖੋਟੇ ਸਿੱਕੇ ਲੋਕਾਂ ਤੋਂ ਲੈ ਕੇ ਬਦਲੇ 'ਚ ਛੋਲੇ ਦਿੰਦਾ ਨਾ, ਹੁਣ ਇਹ ਖੋਟੇ ਸਿੱਕੇ ਰਹਿ ਗਏ ਨੇ ਤੇ ਇਹ ਦੁਕਾਨਦਾਰ ਨੇ ਲੈਣੋਂ ਜਵਾਬ ਦੇ ਦਿੱਤਾ। ਉਹ ਕਹਿੰਦਾ ਇਹ ਖੋਟੇ ਐ ਨਹੀਂ ਚੱਲਣੇ ਤੇ ਪੈਸੇ ਹੈ ਕੋਈ ਨਹੀਂ। ਕਹਿੰਦੇ ਉਹ ਫਕੀਰ ਜਿਹੜਾ ਹੈ ਉਹ ਵਾਹਿਗੁਰੂ ਨੂੰ ਕਹਿਣ ਲੱਗਿਆ, ਰੱਬ ਨੂੰ ਕਹਿਣ ਲੱਗਿਆ, ਹੱਥ ਜੋੜ ਕੇ ਅਰਦਾਸ ਕਰਦਾ ਹੈ। ਕਹਿੰਦਾ ਹੇ ਪਰਮਾਤਮਾ, ਹੇ ਵਾਹਿਗੁਰੂ, ਮੈਂ ਖੋਟੇ ਸਿੱਕੇ ਲੈਂਦਾ ਸੀ, ਬਦਲੇ 'ਚ ਛੋਲੇ ਦਿੰਦਾ ਸੀ। ਇਹ ਸਮਾਜ, ਇਹ ਲੋਕ ਮੈਨੂੰ ਪਾਗਲ ਕਹਿੰਦੇ ਸੀ, ਪਾਗਲ ਹੈ, ਖੋਟੇ ਸਿੱਕੇ ਲੈ ਕੇ ਛੋਲੇ ਦੇ ਦਿੰਦਾ। ਪਰ ਮੈਂ ਇਸ ਕਰਕੇ ਖੋਟਾ ਸਿੱਕਾ ਲੈ ਕੇ ਬਦਲੇ ਦੇ ਵਿੱਚ ਕੁਝ ਦਿੰਦਾ ਸੀ ਕਿਉਂਕਿ ਮੈਂ ਵੀ ਖੋਟਾ, ਮੈਂ ਵੀ ਖੋਟਾ ਹਾਂ। ਤੇ ਜਦੋਂ ਤੇਰੇ ਦਰਬਾਰ ਦੇ ਵਿੱਚ ਮੈਂ ਆਊਂਗਾ ਤੇ ਤੂੰ ਮੈਨੂੰ ਖੋਟੇ ਨੂੰ ਕਬੂਲ ਕਰੇ। ਮੈਨੂੰ ਤੂੰ ਇਹ ਨਾ ਕਹੇ ਕਿ ਤੂੰ ਆਪ ਖੋਟਿਆਂ ਨੂੰ ਮੋੜਦਾ ਰਿਹਾ, ਤੂੰ ਖੋਟਾ ਮੈਂ ਕਿਵੇਂ ਕਬੂਲ ਕਰ ਲਾਂ। ਮਹਾਰਾਜ ਹੇ ਪ੍ਰਮਾਤਮਾ, ਇਸ ਕਰਕੇ ਮੈਂ ਖੋਟੇ ਨਹੀਂ ਮੋੜਦਾ, ਮੈਂ ਨਕਲੀ ਨਹੀਂ ਮੋੜਦਾ, ਕਿਉਂਕਿ ਮੈਂ ਖੁਦ ਖੋਟਾ, ਮੈਂ ਖੁਦ ਜਿਹੜਾ ਹਾਂ
ਨਕਲੀ ਆ, ਤੇ ਜਦੋਂ ਤੇਰੇ ਦਰਬਾਰ ਤੇ ਆਇਆ, ਜਿਵੇਂ ਮੈਂ ਖੋਟੇ ਕਬੂਲ ਕਰਦਾ ਰਿਹਾ, ਉਵੇਂ ਮੈਨੂੰ ਖੋਟੇ ਨੂੰ ਵੀ ਹੇ ਵਾਹਿਗੁਰੂ ਕਬੂਲ ਕਰ ਲਈ। ਇਹ ਉਹਨੇ ਅਰਦਾਸ ਕੀਤੀ ਪਰਮਾਤਮਾ ਦੇ ਅੱਗੇ। ਕਹਿਣ ਦਾ ਮਤਲਬ ਹੈ ਕਿ ਅਸੀਂ ਸੰਸਾਰ ਨੂੰ ਪੁੱਛਦੇ ਹਾਂ, ਸਾਨੂੰ ਵੀ ਪੁੱਛਿਆ ਜਾਣਾ ਹੈ। ਇੱਕ ਗੱਲ ਚੇਤੇ ਰੱਖਣੀ ਗੁਰੂ ਪਿਆਰਿਓ, ਸਾਨੂੰ ਵੀ ਪੁੱਛਿਆ ਜਾਣਾ ਹੈ ਕਿ ਤੁਸੀਂ ਆਪਣੇ ਲਈ ਕੀ ਕੀਤਾ ਹੈ, ਖੁਦ ਲਈ ਕੀ ਕੀਤਾ ਹੈ। ਜੋ ਕੀਤਾ ਹੈ ਪਰਿਵਾਰ ਲਈ ਕੀਤਾ, ਆਪਣੇ ਸਰੀਰ ਲਈ ਕੀਤਾ। ਬੰਦਾ ਕਹੂਗਾ ਜੀ ਮੈਂ ਨੌਕਰੀ ਕੀਤੀ, ਕਾਹਦੇ ਲਈ ਕੀਤੀ ਹੈ, ਕਿਸ ਲਈ ਕੀਤੀ ਹੈ? ਸਰੀਰ ਲਈ ਕੀਤੀ ਹੈ, ਪਰਿਵਾਰ ਲਈ ਕੀਤੀ ਹੈ। ਮੈਂ ਜੀ ਕਾਰੋਬਾਰ ਕੀਤਾ, ਸਰੀਰ ਲਈ ਕੀਤਾ, ਪਰਿਵਾਰ ਲਈ ਕੀਤਾ, ਰਿਸ਼ਤੇਦਾਰਾਂ ਲਈ ਕੀਤਾ। ਮੈਂ ਜੀ ਦੁਕਾਨਦਾਰੀ ਕੀਤੀ, ਮੈਂ ਜੀ ਖੇਤੀ ਕੀਤੀ। ਬਈ ਖੇਤੀ ਸਰੀਰ ਲਈ ਕੀਤੀ, ਪਰਿਵਾਰ ਲਈ ਕੀਤੀ, ਆਪਦੇ ਲਈ ਕੀ ਕੀਤਾ ਹੈ? ਆਪਣੇ ਖੁਦ ਲਈ ਕੀ ਕੀਤਾ ਹੈ? ਖੁਦ ਲਈ ਕੁਛ ਨਹੀਂ ਕੀਤਾ। ਬਈ ਪਰਿਵਾਰ ਲਈ, ਆਪਣੇ ਸਰੀਰ ਲਈ ਤਾਂ ਜਾਨਵਰ ਵੀ ਕਰਦੇ ਨੇ। ਕਿ ਜਾਨਵਰ ਆਪਣੇ ਬੱਚਿਆਂ ਨੂੰ ਨਹੀਂ ਖਵਾਉਂਦੇ, ਬੱਚਿਆਂ ਨੂੰ ਨਹੀਂ ਪਾਲਦੇ? ਤੂੰ ਕੋਈ ਅਲੋਕਾਰ ਪਾਲੇ ਨੇ? ਮੈਂ ਜੀ ਘਰ ਬਣਾਇਆ ਸਾਰੀ ਜ਼ਿੰਦਗੀ। ਬਈ ਤੇਰੇ 'ਚ ਸਮਰੱਥਾ ਸੀ, ਤੂੰ ਘਰ ਬਣਾ ਲਿਆ। ਤੈਨੂੰ ਪਰਮਾਤਮਾ ਨੇ ਜਿੰਨੀ ਸਮਰੱਥਾ ਦਿੱਤੀ ਸੀ ਤੂੰ ਘਰ ਬਣਾ ਲਿਆ। ਕਿਸੇ ਨੂੰ ਆਲਣਾ ਬਣਾਉਣ ਦੀ ਸਮਰੱਥਾ ਦਿੱਤੀ, ਉਹਨੇ ਆਲਣਾ ਬਣਾ ਲਿਆ। ਕਿਸੇ ਨੂੰ ਘੁਰਨਾ ਬਣਾਉਣ ਦੀ ਸਮਰੱਥਾ ਦਿੱਤੀ, ਉਹਨੇ ਘੁਰਨਾ ਬਣਾ ਲਿਆ। ਕਿਸੇ ਨੂੰ ਖੁੱਡ ਬਣਾਉਣ ਦੀ ਸਮਰੱਥਾ ਦਿੱਤੀ, ਉਹਨੇ ਖੁੱਡ ਨੂੰ ਹੀ ਆਪਣਾ ਘਰ ਬਣਾ ਲਿਆ। ਤੈਨੂੰ ਪਰਮਾਤਮਾ ਨੇ ਕੋਠੀ ਬਣਾਉਣ ਦੀ ਸਮਰੱਥਾ ਦਿੱਤੀ, ਤੂੰ ਕੋਠੀ ਬਣਾ ਲਈ। ਇੱਕ ਨੂੰ ਬੰਗਲਾ ਬਣਾਉਣ ਦੀ ਸਮਰੱਥਾ ਦਿੱਤੀ, ਬੰਗਲਾ ਬਣਾ ਲਿਆ। ਇੱਕ ਨੂੰ ਝੁੱਗੀ ਬਣਾਉਣ ਦੀ ਸਮਰੱਥਾ ਸੀ, ਉਹਨੇ ਝੁੱਗੀ ਬਣਾ ਲਈ। ਇੱਕ ਨੇ ਕੱਚਾ ਕੋਠਾ ਪਾਉਣ ਦੀ ਸਮਰੱਥਾ ਸੀ, ਉਹਨੇ ਕੱਚਾ ਕੋਠਾ ਪਾ ਲਿਆ। ਸਾਰੇ ਆਪਣੀ ਆਪਣੀ ਸਮਰੱਥਾ ਮੁਤਾਬਕ ਘਰ ਬਣਾਉਂਦੇ ਨੇ। ਜਾਨਵਰ ਵੀ ਬਣਾਉਂਦੇ ਐ, ਪੰਛੀ ਵੀ ਬਣਾਉਂਦੇ ਐ, ਕੀੜੇ ਮਕੌੜੇ ਵੀ ਬਣਾਉਂਦੇ ਐ। ਤੇ ਤੂੰ ਬਣਾ ਲਿਆ ਤੇ ਕਿਹੜੀ ਆਖਰ ਆ ਗਈ? ਆਪਣੇ ਲਈ ਕੀ ਕੀਤਾ? ਆਪਣੇ ਲਈ ਕੁਛ ਵੀ ਨਹੀਂ ਕੀਤਾ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਸਮਝਾਉਂਦੇ ਐ, ਕਹਿੰਦੇ ਐ ਇਨਸਾਨ ਸੱਜਣ ਉਸ ਨੂੰ ਬਣਾਓ ਜਿਹੜਾ ਤੁਹਾਡੇ ਨਾਲ ਚੱਲੇ ਔਰ ਤੁਹਾਨੂੰ ਵਫਾ ਕਰੇ, ਫਸਾਵੇ ਨਾ। ਤੇ ਐਸਾ ਸੱਜਣ ਸੰਸਾਰ ਦੇ ਅੰਦਰ, ਦੁਨੀਆ ਦੇ ਅੰਦਰ ਕੇਵਲ ਤੇ ਕੇਵਲ ਅਕਾਲ ਪੁਰਖ ਹੈ। ਜਾਂ ਉਹਦਾ ਨਾਮ ਹੈ ਤੇ ਜਾਂ ਫਿਰ ਉਹਦੇ ਨਾਮ ਦੀ ਸੋਝੀ ਕਰਾਉਣ ਵਾਲਾ, ਉਹਦੀ ਸੋਝੀ ਕਰਾਉਣ ਵਾਲਾ ਗੁਰੂ ਹੈ, ਸ਼ਬਦ ਹੈ, ਬਾਣੀ ਹੈ। ਇਹਨਾਂ ਨੂੰ ਸੱਜਣ ਬਣਾਓ, ਇਹਨਾਂ ਨੂੰ ਮਿੱਤਰ ਬਣਾਓ। ਇਹਨਾਂ ਨੇ ਨਾਲ ਜਾਣਾ, ਹੋਰ ਕਿਸੇ ਨੇ ਨਾਲ ਨਹੀਂ ਜਾਣਾ। ਵੱਧ ਤੋਂ ਵੱਧ ਗੁਰੂ ਪਿਆਰਿਓ ਬੰਦਾ ਨਾਲ ਨਿਭਦਾ ਸ਼ਮਸ਼ਾਨ ਘਾਟ ਤੱਕ, ਉਦੋਂ ਵੱਧ ਨਹੀਂ। ਪੁਰਾਣੇ ਵੇਲਿਆਂ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਸੀ ਨਾ, ਜਦੋਂ ਕਿਸੇ ਦੇ ਸੰਸਕਾਰ 'ਚ ਜਾਂਦੇ ਸੀ ਸ਼ਮਸ਼ਾਨ ਘਾਟ 'ਚ, ਤੇ ਜਦੋਂ ਅਗਨ ਦਾਹ ਹੋ ਜਾਂਦਾ ਸੀ ਨਾ ਤੇ ਵਾਪਸ ਮੁੜਦੇ ਸੀ, ਤੇ ਉਹ ਉੱਥੋਂ ਸਿਵਿਆਂ ਦੇ ਵਿੱਚੋਂ, ਸ਼ਮਸ਼ਾਨ ਘਾਟ ਦੇ ਵਿੱਚੋਂ ਇੱਕ ਡੱਕਾ ਚੁੱਕ ਕੇ ਨਾ, ਤੀਲਾ ਚੁੱਕ ਕੇ ਉਹਨੂੰ ਤੋੜ ਕੇ ਤੇ ਸੁੱਟ ਦਿੰਦੇ ਸੀ। ਉਹਦਾ ਮਤਲਬ ਹੁੰਦਾ ਸੀ ਵੀ ਲੈ ਪੁਰਖਾ, ਹੁਣ ਤੇਰੇ ਨਾਲੋਂ ਸਾਡਾ ਸੰਬੰਧ ਟੁੱਟ ਗਿਆ ਜੇ, ਕਿਤੇ ਸੁਪਨੇ 'ਚ ਵੀ ਦਿਸ ਨਾ ਜਾਈ, ਕਿਤੇ ਸੁਪਨੇ 'ਚ ਵੀ ਦਿਖਾਈ ਨਾ ਦੇਵੀਂ, ਹੁਣ ਤੇਰੇ ਨਾਲੋਂ ਸਾਡਾ ਸੰਬੰਧ ਜਿਹੜਾ ਹੈ ਉਹ ਟੁੱਟ ਗਿਆ। ਤੋੜ ਦਿੰਦੇ ਨੇ ਸੰਬੰਧ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤਾਂ ਕਿਹਾ ਹੀ ਨਾ ਕਿ ਘਰ ਕੀ ਨਾਰ ਬਹੁਤ ਹਿਤ ਜਾਸਿਓ। ਘਰ ਦੀ ਇਸਤਰੀ ਸਭ ਤੋਂ ਵੱਧ ਨੇੜੇ ਜਿਹੜਾ ਹੈ ਬੰਦੇ ਦੇ ਘਰ ਦੀ ਇਸਤਰੀ ਜਾਂ ਪਤੀ ਹੁੰਦਾ, ਕਿਉਂਕਿ ਹਰ ਦੁੱਖ ਸੁੱਖ, ਹਰ ਗੱਲ ਜਿਹੜੀ ਮਾਂ ਬਾਪ ਭੈਣ ਭਰਾ ਨਾਲ ਸ਼ੇਅਰ ਨਹੀਂ ਕੀਤੀ ਜਾ ਸਕਦੀ, ਉਹ ਇਨਸਾਨ ਆਪਣੇ ਪਤੀ ਜਾਂ ਪਤਨੀ ਨਾਲ ਸ਼ੇਅਰ ਕਰਦਾ ਹੈ। ਘਰ ਕੀ ਨਾਰ ਬਹੁਤ ਹੀ ਤੇ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਤੇ ਜਦੋਂ ਸਰੀਰ ਛੱਡ ਜਾਂਦਾ ਹੈ, ਤੇ ਜੇ ਕਿਤੇ ਸੁਪਨੇ ਦੇ ਵਿੱਚ ਵੀ ਦਿਖਾਲੀ ਦੇ ਜੇ, ਤੇ ਫਿਰ ਇਹ ਸਮਝਿਆ ਜਾਂਦਾ ਹੈ ਕਿ ਪ੍ਰੇਤ ਦਿਖ ਗਿਆ ਮੈਨੂੰ, ਭੂਤ ਦਿਸ ਗਿਆ ਮੈਨੂੰ, ਪ੍ਰੇਤ ਦਿਸ ਗਿਆ ਮੈਨੂੰ, ਗਤੀ ਕਰਾਉਣੀ ਪਊਗੀ। ਅਖੌਤੀ ਕਈ ਵਾਰੀ ਬਾਬਿਆਂ ਕੋਲੇ ਤੁਰ ਪੈਂਦੇ ਨੇ ਕਿ ਦੱਸੋ ਜੀ ਮੈਨੂੰ ਪ੍ਰੇਤ ਦਿਸਦੇ ਨੇ। ਕਿਹੜਾ ਪ੍ਰੇਤ ਦਿਸਦਾ ਹੈ? ਘਰ ਵਾਲਾ ਦਿਸਦਾ ਹੈ, ਘਰ ਵਾਲੀ ਦਿਸਦੀ ਹੈ। ਤਾਂ ਇਹ ਹਾਲਤ ਹੈ ਸਾਡੇ ਸਮਾਜ ਦੀ। ਸਤਿਗੁਰੂ ਜੀ ਸ਼ੀਸ਼ਾ ਦਿਖਾ ਰਹੇ ਨੇ ਸਾਨੂੰ ਵੀ ਦੇਖ ਲਓ ਪੁਰਖੋ। ਤਾਂ ਇਹ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਆਖੇ ਨੇ। ਸਮੁੱਚੇ ਸ਼ਬਦ ਵਿੱਚ ਕੀ ਸਮਝਾਉਂਦੇ ਨੇ ਉਹ ਆਪਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਨਾ ਹੈ। ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਜੁੜੇ ਬੈਠੇ ਹਾਂ,
ਮਨ ਬਿਰਤੀਆਂ ਇਕਾਗਰ ਕਰ ਲਈਏ। ਗੁਰੂ ਕੇ ਸ਼ਬਦ 'ਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਘਰ ਛੇਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਉਜਲ ਕਹਿ ਚਿਲਕਣਾ ਕੋਟਿਮ ਕਾਲੜੀ ਮਸ। ਸੂਹੀ ਰਾਗ ਦਾ ਨਾਂ ਹੈ। ਮਹੱਲਾ ਪਹਿਲਾ। ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਹੈ। ਘਰ ਛੇਵਾਂ ਛੇਵੇਂ ਘਰ ਦੇ ਵਿੱਚ ਰੱਖ ਕੇ ਪਾਤਸ਼ਾਹ ਨੇ ਗਾਉਣ ਦਾ ਸੰਕੇਤ ਦਿੱਤਾ ਹੈ। ਮੰਗਲਾਚਰਨ ਹੈ ਸੰਖੇਪ ਰੂਪ ਦੇ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ, ਨਿਰਗੁਣ ਤੇ ਸਰਗੁਣ ਸਰੂਪ ਦੇ ਵਿੱਚ ਇੱਕ ਰਸ ਸੁਭਾਇਮਾਨ ਹੈ, ਅਬਨਾਸੀ ਹੈ, ਗੁਰੂ ਕਿਰਪਾ ਦੁਆਰਾ ਜਾਣਿਆ ਜਾ ਸਕਦਾ। ਪਹਿਲੀ ਪੰਕਤੀ 'ਚ ਕੀ ਕਹਿੰਦੇ ਨੇ ਗੁਰੂ ਪਿਆਰੇ? ਦੇਖੋ, ਬੰਦੇ ਦੇ ਚਿਹਰੇ ਦੇ ਉੱਤੇ ਕਾਲਸ ਲੱਗੀ ਹੋਵੇ ਨਾ, ਬੰਦੇ ਨੂੰ ਦਿਖਾਲੀ ਨਹੀਂ ਦਿੰਦੀ। ਬੰਦੇ ਨੂੰ ਦਿਖਾਲੀ ਨਹੀਂ ਦਿੰਦੀ। ਬੰਦਾ ਕਈ ਵਾਰੀ ਸਾਰੇ ਸ਼ਹਿਰ 'ਚ ਘੁੰਮ ਆਉਂਦਾ, ਕੋਈ ਦੱਸਦਾ ਨਹੀਂ ਉਹਨੂੰ। ਹੱਸੀ ਜਾਂਦੇ ਨੇ ਪਰ ਦੱਸਦਾ ਨਹੀਂ। ਜਦੋਂ ਆਉਂਦਾ ਹੈ, ਸ਼ੀਸ਼ੇ ਅੱਗੇ ਖੜੋਂਦਾ ਹੈ, ਤੇ ਫਿਰ ਉਹਨੂੰ ਦਿਸਦਾ ਹੈ ਕਿ ਮੇਰੇ ਤਾਂ ਮੂੰਹ ਤੇ ਕਾਲਸ ਲੱਗੀ ਹੈ, ਤਾਂ ਹੀ ਲੋਕ ਹੱਸ ਰਹੇ ਸੀ, ਤਾਂ ਹੀ ਲੋਕ ਦੇਖ ਕੇ ਟਿਚਰਾਂ ਕਰ ਰਹੇ ਸੀ। ਗੁਰੂ ਜਿਹੜਾ ਹੈ ਉਹ ਸ਼ੀਸ਼ਾ ਹੈ। ਗੁਰੂ ਸਾਡੀ ਅਸਲੀਅਤ ਦੱਸਦਾ ਸਾਨੂੰ। ਜਦੋਂ ਅਸੀਂ ਗੁਰੂ ਦੇ ਸਨਮੁਖ ਹੁੰਦੇ ਹਾਂ ਤੇ ਗੁਰੂ ਸਾਡੀ ਅਸਲੀਅਤ ਦੱਸਦਾ ਕਿ ਤੁਸੀਂ ਪੁਰਖੋ ਆਓ, ਤੁਹਾਡੇ 'ਚ ਆਹ ਦੋਸ਼ ਹੈ, ਤੁਸੀਂ ਇਹਨੂੰ ਦੂਰ ਕਰੋ। ਤੁਹਾਡੇ 'ਚ ਕਾਲਸ ਲੱਗੀ ਹੈ, ਤੁਸੀਂ ਇਹਨੂੰ ਹਟਾਓ। ਤਾਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅਸੀਂ ਸਨਮੁਖ ਹੋਏ ਹਾਂ। ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਜ ਸਾਨੂੰ ਸਾਡਾ ਆਪਣਾ ਆਪ ਦਿਖਾ ਰਹੇ ਨੇ, ਚਿਹਰਾ ਦਿਖਾ ਰਹੇ ਨੇ ਸਾਡਾ ਕਿ ਕੀ ਹੈ ਅਸੀਂ। ਕਹਿੰਦੇ ਉਜਲ ਕਹਿ ਚਿਲਕਣਾ। ਕਾਂਸਾ, ਕਹਿ ਦਾ ਭਾਂਡਾ ਹੁੰਦਾ ਨਾ ਗੁਰੂ ਪਿਆਰਿਓ, ਜਿਹਨੂੰ ਕਾਂਸਾ ਕਹਿੰਦੇ ਨੇ, ਕਾਂਸੀ ਜਾਂ ਕਾਂਸਾ। ਉਹ ਬੜਾ ਲਿਸ਼ਕਦਾ ਹੁੰਦਾ, ਬੜਾ ਚਿਲਕਦਾ ਹੁੰਦਾ, ਸਾਫ਼ ਵੀ ਬੜਾ ਹੁੰਦਾ ਹੈ। ਅਸੀਂ ਸਾਰਿਆਂ ਨੇ ਦੇਖਿਆ ਹੈ ਕਾਂਸੇ ਦਾ ਭਾਂਡਾ, ਜਿਹਨੂੰ ਕਹਿ ਵੀ ਕਹਿ ਦਿੰਦੇ ਸੀ ਪੁਰਾਣੇ ਬਜ਼ੁਰਗ, ਕਹਿ, ਉਹ ਚਮਕਦਾ ਹੁੰਦਾ ਹੈ, ਲਿਸ਼ਕਦਾ ਹੁੰਦਾ ਹੈ। ਪਰ ਜੇ ਕਹਿੰਦੇ ਉਸ ਲਿਸ਼ਕਦੇ ਭਾਂਡੇ ਦੇ ਉੱਤੇ ਕੋਈ ਥਾਲੀ ਹੋਵੇ ਕਾਂਸੀ ਦੀ, ਕੋਈ ਪਲੇਟ ਹੋਵੇ ਕਾਂਸੇ ਦੀ, ਲਿਸ਼ਕਦੀ ਹੋਵੇ, ਸਾਫ਼ ਹੋਵੇ, ਉਹ ਧੋਤੀ ਹੋਵੇ, ਮਾਂਜੀ ਹੋਵੇ, ਤੇ ਉਸ ਮਾਂਜੀ ਹੋਈ ਪਲੇਟ ਦੇ ਉੱਤੇ ਆਪਣੇ ਸਾਫ਼ ਸੁਥਰੇ ਧੋ ਕੇ ਸਾਬਣ ਦੇ ਨਾਲ ਸੁਕਾ ਕੇ ਹੱਥ ਜੇ ਘਸਾ ਦਈਏ ਨਾ, ਤੇ ਹੱਥਾਂ ਨੂੰ ਕਾਲਸ ਲੱਗ ਜਾਂਦੀ। ਕਿੱਡੀ ਕਮਾਲ ਦੀ ਗੱਲ ਹੈ ਨਾ। ਭਾਂਡਾ ਲਿਸ਼ਕਦਾ ਹੈ, ਭਾਂਡਾ ਸਾਫ਼ ਹੈ, ਪਰ ਜਦੋਂ ਉਸ ਸਾਫ਼ ਭਾਂਡੇ ਦੇ ਉੱਤੇ ਅਸੀਂ ਸਾਫ਼ ਹੱਥ ਧੋ ਕੇ ਸੁਕਾ ਕੇ ਰਗੜਾਂਗੇ ਨਾ, ਤੇ ਸਾਡੇ ਹੱਥ ਕਾਲੇ ਹੋ ਜਾਣਗੇ। ਉਹ ਕਾਲਸ ਕਿੱਥੋਂ ਆਉਂਦੀ ਹੈ? ਕਾਲਸ ਉਸ ਕਹਿ ਦੇ ਅੰਦਰੋਂ ਆਉਂਦੀ ਹੈ। ਬਾਹਰੋਂ ਲਿਸ਼ਕਦਾ ਹੁੰਦਾ, ਉਹ ਬਾਹਰੋਂ ਸੁੰਦਰ ਹੁੰਦਾ, ਸਾਫ਼ ਹੁੰਦਾ, ਚਮਕਦਾ ਹੁੰਦਾ, ਤੇ ਹੱਥ ਵੀ ਸਾਫ਼ ਹੁੰਦਾ, ਸਾਬਣ ਨਾਲ ਧੋਤਾ ਹੁੰਦਾ, ਪੂੰਝਿਆ ਹੁੰਦਾ। ਪਰ ਜਦੋਂ ਕਾਂਸੇ ਦੇ ਭਾਂਡੇ ਦੇ ਉੱਤੇ ਹੱਥ ਘਸਾਈਏ ਤੇ ਹੱਥਾਂ ਨੂੰ ਕਾਲਸ ਲੱਗ ਜਾਂਦੀ ਹੈ। ਉਹ ਕਾਲਸ ਜਿਹੜੀ ਹੈ ਉਹ ਕਾਂਸੇ ਦੇ ਭਾਂਡੇ ਦੇ ਅੰਦਰੋਂ ਪ੍ਰਗਟ ਹੁੰਦੀ ਹੈ, ਬਾਹਰ ਤਾਂ ਹੁੰਦੀ ਨਹੀਂ। ਜੇ ਬਾਹਰ ਹੋਵੇ ਤੇ ਬੰਦਾ ਕੱਪੜੇ ਨਾਲ ਸਾਫ਼ ਕਰ ਲੇ, ਪਰ ਬੰਦੇ ਨੇ ਕਾਂਸੇ ਦਾ ਭਾਂਡਾ ਜਿਹੜਾ ਹੈ ਉਹ ਚੰਗੀ ਤਰ੍ਹਾਂ ਮਾਂਜਿਆ ਹੈ, ਧੋਤਾ ਹੈ, ਫਿਰ ਕੱਪੜੇ ਨਾਲ ਸਾਫ਼ ਵੀ ਕੀਤਾ ਹੈ। ਦਿਸਦਾ ਹੈ ਕਿ ਲਿਸ਼ਕਦਾ ਹੈ, ਚਿਹਰਾ ਦਿਸਦਾ ਉਸ ਭਾਂਡੇ ਦੇ ਅੰਦਰੋਂ, ਇੰਨਾ ਸਾਫ਼ ਹੈ, ਇੰਨਾ ਲਿਸ਼ਕਦਾ ਹੈ ਕਿ ਸ਼ੀਸ਼ੇ ਵਾਂਗੂ ਚਿਹਰਾ ਦਿਸਦਾ ਉਹਦੇ ਵਿੱਚੋਂ। ਪਰ ਜਦੋਂ ਉਹਦੇ ਤੇ ਹੱਥ ਘਸਾਈਏ ਤੇ ਕਾਲਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਜਲ ਕਹਿ ਚਿਲਕਣਾ ਘੋਟਮ ਕਾਲੜੀ ਮੱਸ। ਘੋਟਮ ਦਾ ਮਤਲਬ ਹੈ ਘੋਟਣਾ, ਹੱਥ ਨੂੰ ਰਗੜਨਾ। ਕਾਲੜੀ ਦਾ ਮਤਲਬ ਹੈ ਕਾਲਾ, ਕਾਲੀ ਕਹਿ ਲਓ, ਕਾਲੀ। ਤੇ ਮੱਸ ਦਾ ਅਰਥ ਹੈ ਸ਼ਾਹੀ।
ਕਹਿੰਦੇ ਹੱਥਾਂ ਨੂੰ ਕਾਲੀ ਸ਼ਾਹੀ ਲੱਗ ਜਾਂਦੀ। ਜਦੋਂ ਉੱਜਲ ਕਹਿਹਾ ਚਲਕਣਾ ਘੋਟਮ ਕਾਲੜੀ ਮੱਸ, ਜਦੋਂ ਕਾਂਸੀ ਦੇ ਸਾਫ਼ ਭਾਂਡੇ ਨੂੰ ਰਗੜੀਏ ਤੇ ਹੱਥ ਨੂੰ ਕਾਲਸ ਲੱਗ ਜਾਂਦੀ ਹੈ। ਉਹ ਕਾਲਸ ਜਿਹੜੀ ਹੈ ਉਹਦੇ ਅੰਦਰ ਹੁੰਦੀ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਅਗਲੀ ਪੰਕਤੀ ਦੇ ਵਿੱਚ ਸਪਸ਼ਟ ਕਰਦੇ ਨੇ, ਕੀ ਆਖਦੇ ਨੇ? ਧੋਤਿਆਂ ਝੂਠ ਨਾ ਉਤਰੈ, ਜੇ ਸੌ ਧੋਵਾ ਤਿਸ। ਧੋਤਿਆਂ ਝੂਠ ਨਾ ਉਤਰੈ, ਕਾਂਸੀ ਦੇ ਭਾਂਡੇ ਨੂੰ ਜਿੰਨਾ ਮਰਜ਼ੀ ਧੋ ਲਈਏ ਉਹਦੇ ਅੰਦਰੋਂ ਝੂਠ, ਹੁਣ ਝੂਠ ਕਿਹੜੀ ਹੈ? ਕਾਲਸ, ਨਾ ਉਤਰੈ, ਨਹੀਂ ਜਾਂਦੀ। ਜੇ 100 ਧੋਵਾ ਤਿਸ, ਜੇ 100 ਵਾਰੀ ਵੀ ਤਿਸ ਨੂੰ ਧੋ ਲਈਏ ਤਾਂ, ਜੇ 100 ਵਾਰੀ ਵੀ ਕਾਂਸੀ ਦੇ ਭਾਂਡੇ ਨੂੰ ਚੰਗੀ ਤਰ੍ਹਾਂ ਧੋ ਲਈਏ ਤਾਂ ਉਸ ਕਾਂਸੀ ਦੇ ਭਾਂਡੇ ਦੇ ਅੰਦਰੋਂ ਝੂਠ ਜਿਹੜੀ ਹੈ ਉਹ ਨਹੀਂ ਜਾਂਦੀ। ਉਹ ਝੂਠ ਜਿਹੜੀ ਹੈ ਕਾਂਸੀ ਦੇ ਭਾਂਡੇ ਦਾ ਸੁਭਾਅ ਹੈ, ਲੱਛਣ ਹੈ। ਕਾਲਸ ਜਿਹੜੀ ਹੈ ਉਹਦਾ ਲੱਛਣ ਹੈ। ਪਹਿਚਾਣ ਹੀ ਕਾਂਸੀ ਦੀ ਹੈ ਕਿ ਉਹਦੇ ਹੱਥ ਮਾਰਿਆ ਹੱਥ ਕਾਲਾ ਹੁੰਦਾ ਹੈ। ਜੇ ਨਹੀਂ ਹੁੰਦਾ ਤਾਂ ਸਮਝ ਲਓ ਕਾਂਸੀ ਨਹੀਂ ਹੈ, ਕੋਈ ਹੋਰ ਧਾਤ ਹੈ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਉਦਾਹਰਣ ਦੇ ਰਾਹੀਂ, ਇਸ ਦ੍ਰਿਸ਼ਟਾਂਤ ਦੇ ਰਾਹੀਂ ਕਹਿਣਾ ਕੀ ਚਾਹੁੰਦੇ ਨੇ? ਸਾਨੂੰ ਇਹ ਕਹਿਣਾ ਚਾਹੁੰਦੇ ਨੇ ਕਿ ਸਮਾਜ ਦੇ ਅੰਦਰ ਕੋਈ ਜੀਵ ਜਿੰਨਾ ਮਰਜ਼ੀ ਬਾਹਰੋਂ ਜਿਹੜਾ ਹੈ ਉਹ ਸਾਫ਼ ਸੁਥਰਾ ਦਿਸੇ, ਜਿੰਨਾ ਮਰਜ਼ੀ, ਲੇਕਿਨ ਉਸ ਦੇ ਅੰਦਰ ਜੇ ਕਾਲਸ ਹੈ ਤਾਂ ਉਸ ਨੇ ਪ੍ਰਗਟ ਹੋਣਾ ਹੀ ਹੋਣਾ ਹੈ, ਦੇਰ ਸਵੇਰ ਪ੍ਰਗਟ ਹੋਣਾ ਹੀ ਹੋਣਾ ਹੈ। ਕਿਵੇਂ ਪ੍ਰਗਟ ਹੁੰਦੀ ਹੈ ਕਾਲਸ? ਕਾਂਸੀ ਦੇ ਭਾਂਡੇ ਦੀ ਕਾਲਸ ਜਿਹੜੀ ਹੈ ਉਹ ਤਾਂ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਅਸੀਂ ਹੱਥ ਰਗੜਦੇ। ਕਿਸੇ ਬੰਦੇ ਦੇ ਅੰਦਰਲੀ ਕਾਲਸ ਜਿਹੜੀ ਹੈ, ਜਿਹਨੇ ਵਧੀਆ ਕੱਪੜੇ ਪਾਏ ਨੇ, ਸਾਫ ਸੁਥਰਾ, ਨਹਾਤਾ ਧੋਤਾ ਹੈ, ਪੂਰੀ ਤਰ੍ਹਾਂ ਅਪ ਟੂ ਡੇਟ ਹੈ, ਉਹਦੇ ਅੰਦਰਲੀ ਕਾਲਸ ਜਿਹੜੀ ਹੈ ਉਹ ਕਦੋਂ ਪ੍ਰਗਟ ਹੁੰਦੀ ਹੈ, ਕਦੋਂ ਦਿਸਦੀ ਹੈ? ਉਹਦੀ ਜ਼ੁਬਾਨ ਦੇ ਰਾਹੀਂ, ਉਹਦੇ ਕਰਮ ਦੇ ਰਾਹੀਂ। ਕਰਮ ਵੀ, ਜ਼ੁਬਾਨ ਵੀ ਉਹਦਾ ਕਰਮ ਹੈ, ਬੋਲਣਾ ਵੀ ਕਰਮ ਹੈ ਨਾ। ਜਦੋਂ ਉਹ ਗੰਦਾ ਬੋਲਦਾ, ਜਦੋਂ ਉਹ ਮਾੜਾ ਬੋਲਦਾ, ਜਦੋਂ ਉਹ ਮਾੜਾ ਸੁਣਦਾ, ਜਦੋਂ ਉਹ ਮਾੜਾ ਕਰਦਾ, ਤਾਂ ਉਸ ਦੇ ਅੰਦਰਲੀ ਕਾਲਸ ਜਿਹੜੀ ਹੈ ਉਹ ਪ੍ਰਗਟ ਹੁੰਦੀ ਹੈ। ਅੰਦਰਲੀ ਕਾਲਸ ਪ੍ਰਗਟ ਹੁੰਦੀ ਹੈ। ਇਸ ਕਰਕੇ ਗੁਰੂ ਪਿਆਰਿਓ, ਜੋ ਅੰਦਰ ਹੁੰਦਾ ਨਾ ਇਨਸਾਨ ਉਹੀ ਹੀ ਬਾਹਰ ਕੱਢਦਾ ਹੈ। ਜੇ ਅੰਦਰ ਗੰਦ ਹੈ ਤਾਂ ਇਨਸਾਨ ਨੇ ਗੰਦ ਹੀ ਬੋਲਣਾ ਹੈ। ਜੇ ਅੰਦਰ ਕੂੜ ਹੈ ਤੇ ਇਨਸਾਨ ਨੇ ਕੂੜ ਹੀ ਬੋਲਣਾ ਹੈ। ਅੰਦਰਲਾ ਕੂੜ, ਅੰਦਰਲੀ ਗੰਦਗੀ, ਅੰਦਰਲੀ ਸ਼ਾਹੀ ਜਿਹੜੀ ਹੈ ਉਹ ਗੁਰੂ ਪਿਆਰਿਓ ਕਰਮਾਂ ਰਾਹੀਂ ਤੇ ਲਫ਼ਜ਼ਾਂ ਦੇ ਰਾਹੀਂ, ਬੋਲਾਂ ਦੇ ਰਾਹੀਂ ਜਿਹੜੀ ਹੈ ਉਹ ਸਮਾਜ ਦੇ ਵਿੱਚ ਪ੍ਰਗਟ ਹੁੰਦੀ ਹੈ। ਬੋਲਾਂ ਦੇ ਰਾਹੀਂ ਬੰਦਾ ਜਿੰਨਾ ਮਰਜ਼ੀ ਸਫੇਦ ਪੋਸ਼, ਸਾਫ ਸੁਥਰਾ ਜਿਹੜਾ ਹੈ, ਨਹਾ ਧੋ ਕੇ ਵਧੀਆ ਮਹਿੰਗੇ ਤੋਂ ਮਹਿੰਗਾ ਜਿਹੜਾ ਹੈ ਲਿਬਾਸ ਪਾ ਕੇ, ਸੋਨਾ ਚਾਂਦੀ ਹੀਰੇ ਮੋਤੀ ਜਵਾਹਰ ਆਪਣੇ ਸਰੀਰ ਦੇ ਉੱਤੇ ਸਜਾ ਕੇ ਤੁਰਿਆ ਫਿਰਦਾ ਰਹੇ, ਜੇ ਉਹ ਬੋਲਦਾ ਨਹੀਂ ਹੈ, ਜੇ ਉਹ ਕੁਝ ਕਰਦਾ ਨਹੀਂ ਹੈ, ਫਿਰ ਨਹੀਂ ਪ੍ਰਗਟ ਹੁੰਦਾ। ਪਰ ਜਦੋਂ ਬੋਲੇਗਾ, ਜਦੋਂ ਹੀ ਉਹ ਕੁਝ ਕਰੇਗਾ ਮਾੜਾ, ਤਾਂ ਫਿਰ ਉਹਦੇ ਅੰਦਰਲੀ ਜਿਹੜੀ ਹੈ ਉਹ ਪ੍ਰਗਟ ਹੋ ਜਾਏਗੀ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਕਹਿ ਦੇ ਭਾਂਡੇ ਵਾਂਗੂ ਇਨਸਾਨ ਦਾ ਵੀ ਜਿਹੜਾ ਹੈ ਇਹ ਲੱਛਣ ਹੈ। ਜਿਹਦੇ ਅੰਦਰ ਕਾਲਸ ਹੈ ਉਹਨੇ ਪ੍ਰਗਟ ਹੋਣਾ ਹੀ ਹੋਣਾ ਹੈ। ਤਾਂ ਇਹ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੀ ਪੰਕਤੀ ਦੇ ਵਿੱਚ ਬਚਨ ਕਰਦੇ ਨੇ। ਅੱਗੇ ਦੱਸਦੇ ਨੇ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ। ਉਹੀ ਰਹਾਉ ਦੀ ਪੰਕਤੀ ਹੈ, ਸੱਜਣ ਸਈ, ਸੱਜਣ ਉਹ ਨੇ, ਨਾਲ ਮੈਂ, ਜਿਹੜਾ ਮੇਰੇ ਨਾਲ ਚਲਦਿਆਂ, ਚਲਦੇ ਵਕਤ ਨਾਲ ਚੱਲਣ, ਨਾਲ ਚੱਲਣ। ਸੱਜਣ ਉਹ ਨੇ ਜਿਹੜੇ ਮੇਰੇ ਨਾਲ ਚਲਦਿਆਂ ਨਾਲ ਚੱਲਣ। ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦੇ ਸਨ। ਜਿੱਥੈ ਲੇਖਾ ਮੰਗੀਐ, ਜਿੱਥੇ ਹਿਸਾਬ ਮੰਗਿਆ ਜਾਏ, 10 ਪੁਰਖੋ ਕੀ ਕੀਤਾ ਤੁਸੀਂ, ਨਾਲ ਖੜਨ ਵੀ ਇਹਨੇ ਚੰਗਾ ਕੀਤਾ, ਅਸੀਂ ਗਵਾਹ ਹੈ। ਤੇ ਕੌਣ ਗੁਰੂ ਪਿਆਰੇ ਚੰਗੇ ਕੰਮਾਂ ਦੀ ਗਵਾਹੀ ਦੇਊਗਾ? ਅਕਾਲ ਪੁਰਖ ਪਰਮੇਸ਼ਵਰ। ਸੱਜਣ ਉਹ ਹੈ ਜਿਹੜਾ ਨਾਲ ਚੱਲਦਿਆਂ ਨਾਲ ਚੱਲੇ, ਜਦੋਂ ਹਿਸਾਬ ਮੰਗਿਆ ਜਾਏ ਤੇ ਫਿਰ ਨਾਲ ਖੜਾ ਹੋਵੇ, ਨਾਲ ਸਨਮਾਨ ਦਿਵਾਵੇ, ਇੱਜ਼ਤ ਦਾ ਉਹ ਜਿਹੜਾ ਹੈ ਪਾਤਰ ਬਣਵਾਵੇ, ਉਹ ਸੱਜਣ ਹੈ। ਇਹ ਪਾਤਸ਼ਾਹ ਰਹਾਉ ਦੀ ਪੰਕਤੀ 'ਚ ਦੱਸਦੇ ਨੇ। ਰਹਾਉ ਕੋਠੇ ਮੰਡਪ ਮਾੜੀਆਂ
ਪਾਸੋਂ ਚਿਤਵੀਆ। ਅਸੀਂ ਦੇਖਦੇ ਹਾਂ ਨਾ ਗੁਰ ਪਿਆਰਿਓ, ਕੋਠੇ, ਕੋਠੇ ਘਰ ਨੂੰ ਕਹਿੰਦੇ ਨੇ, ਮੰਡਪ, ਮੰਡਪ ਕਹਿੰਦੇ ਨੇ ਮੰਦਰ ਨੂੰ। ਵੈਸੇ ਮੰਦਰ ਦਾ ਅਰਥ ਵੀ ਘਰ ਹੀ ਹੁੰਦਾ ਹੈ। ਮਾੜੀਆਂ, ਮਾੜੀਆਂ ਮਹਿਲ ਨੂੰ ਕਹਿੰਦੇ ਨੇ। ਕਹਿੰਦੇ ਮਹਿਲ, ਮੰਦਰ, ਘਰ, ਇੱਕ ਹੀ ਦੇਖਦੇ ਹਾਂ ਅਸੀਂ। ਕੋਠੇ, ਮੰਡਪ, ਮਾੜੀਆਂ, ਪਾਸਹੁ ਚਿਤਵੀਆਹ। ਪਾਸਹੁ ਦਾ ਮਤਲਬ ਹੈ ਚਾਰੇ ਪਾਸਿਓਂ, ਪਾਸਿਆਂ ਤੋਂ। ਚਿਤਵੀਆਹ ਦਾ ਮਤਲਬ ਹੈ ਚਿਤਰੇ ਹੋਏ ਹੁੰਦੇ ਨੇ, ਪੇਂਟਿੰਗ ਕੀਤੀ ਹੁੰਦੀ ਹੈ। ਪੁਰਾਣੇ ਅਸੀਂ ਦੇਖਦੇ ਹਾਂ ਨਾ ਗੁਰੂ ਪਿਆਰਿਓ, ਰਾਜਿਆਂ ਦੇ ਮਹੱਲ, ਉਹਨਾਂ ਦੇ ਅੰਦਰ ਪੇਂਟਿੰਗ, ਪੁਰਾਣੇ ਧਾਰਮਿਕ ਸਥਾਨ, ਉਹਨਾਂ ਦੇ ਅੰਦਰ ਪੇਂਟਿੰਗ, ਚਿਤਰੇ ਹੁੰਦੇ ਆ ਨਾ। ਆ ਗੁਰਦੁਆਰਾ ਬਾਬਾ ਅਟੱਲ ਸਾਹਿਬ ਜੀ ਦੇ ਅੰਦਰ ਚਿੱਤਰਕਾਰੀ ਕੁਝ ਅਸੀਂ ਮਿਟਾ ਦਿੱਤੀ ਹੈ, ਕੁਝ ਕੁ ਨਿਸ਼ਾਨ ਬਚੇ ਨੇ। ਇਵੇਂ ਅੱਜ ਕੱਲ੍ਹ ਬੰਦਾ ਕੋਠੀ ਪਾਉਂਦਾ ਹੈ ਅਤੇ ਫਿਰ ਪੇਂਟ ਕਰਵਾਉਂਦਾ ਹੈ। ਹੁਣ ਇੱਕ ਟਰੈਂਡ ਜਿਹੜਾ ਹੈ ਉਹ ਚਿੱਤਰਕਾਰੀ ਦਾ ਵੀ ਹੋ ਗਿਆ, ਵਾਲਪੇਪਰ ਦਾ, ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਕਲਾਕ੍ਰਿਤੀਆਂ ਜਿਹੜੀਆਂ ਕੰਧਾਂ 'ਤੇ ਬਣਾਉਂਦਾ ਹੈ ਸਜਾਉਣ ਵਾਸਤੇ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣਾ ਕੀ ਚਾਹੁੰਦੇ ਨੇ? ਕਹਿੰਦੇ ਕੋਠੇ, ਮੰਡਪ, ਮਾੜੀਆਂ, ਕੋਠੇ ਨੇ, ਮੰਦਰ ਨੇ, ਮਹਿਲ ਨੇ, ਪਾਸੋਂ, ਪਾਸਿਆਂ ਤੋਂ, ਚਿਤਵੀਆਹ, ਚਿਤਰੇ ਹੋਏ ਨੇ, ਚਿੱਤਰਕਾਰੀ ਕੀਤੀ ਹੈ, ਬੜੇ ਖੂਬਸੂਰਤ ਲੱਗਦੇ ਨੇ। ਮਹਾਰਾਜ ਕੀ ਕਹਿੰਦੇ ਨੇ? ਅਗਲੀ ਪੰਕਤੀ 'ਚ ਸਪਸ਼ਟ ਕਰਦੇ ਨੇ। ਕੀ ਦੱਸਦੇ ਨੇ? ਡੱਠੀਆਂ ਕੰਮ ਨਾ ਆਵਨੀ, ਵਿੱਚੋਂ ਸਖਣੀਆਂ। ਵਿੱਚੋਂ ਸਖਣੀਆਂ, ਜੇ ਵਿੱਚੋਂ ਸਖਣੇ ਹੈ, ਕੋਈ ਵਸਦਾ ਨਹੀਂ ਹੈ। ਜੇ ਵਸਦਾ ਨਹੀਂ ਹੈ ਤੇ ਉਹ ਢਹਿ ਜਾਂਦੇ ਨੇ, ਕਿਸੇ ਕੰਮ ਨਹੀਂ ਆਉਂਦੇ। ਜਿੰਨਾ ਮਰਜ਼ੀ ਖੂਬਸੂਰਤ ਘਰ ਬਣਾ ਲਓ ਗੁਰੂ ਪਿਆਰਿਓ, ਕਰੋੜ, 2 ਕਰੋੜ, 5 ਕਰੋੜ, 10 ਕਰੋੜ ਰੁਪਈਆ ਲਾ ਕੇ ਛੱਡ ਦਿਓ ਤੇ ਉਹਦੇ ਵਿੱਚ ਵਾਸ ਨਾ ਕਰੋ। ਜਿੰਦਰੇ ਮਾਰ ਕੇ ਨਾ ਕਮਰਿਆਂ ਨੂੰ ਤੇ ਚਲੇ ਜਾਓ ਕਿਸੇ ਹੋਰ ਪਾਸੇ ਰਹਿਣ ਵਾਸਤੇ। 5 ਸਾਲੀ, 10 ਸਾਲੀ, 20 ਸਾਲੀ ਵਾਪਸ ਆਓ, ਉਹ ਤੁਹਾਨੂੰ ਘਰ ਜਿਹੜਾ ਢੱਠਾ ਮਿਲੂਗਾ, ਢਹਿ ਜੂਗਾ। ਤੇ ਜੇ ਉਹਦੇ 'ਚ ਕੋਈ ਵਸਦਾ ਤਾਂ 20 ਸਾਲ ਬਾਅਦ ਵੀ ਆਓ, ਉਹ ਘਰ ਤੁਹਾਨੂੰ ਜਿਹੜਾ ਸਾਫ਼ ਸੁਥਰਾ ਦਿਸੇਗਾ, ਕੋਈ ਮਿੱਟੀ ਘੱਟਾ ਉਹਦੇ ਅੰਦਰ ਨਹੀਂ ਦਿਸੇਗਾ। ਕਿਉਂਕਿ ਰਹਿਣ ਵਾਲਾ ਜਿੱਥੇ ਕਿਤੇ ਮਾੜੀ ਮੋਟੀ ਟੁੱਟ ਭੱਜ ਹੁੰਦੀ ਹੈ, ਨਾਲ ਦੀ ਨਾਲ ਉਹਨੂੰ ਮੁਰੰਮਤ ਕਰਦਾ ਰਹਿੰਦਾ ਹੈ। ਅੱਜ ਕਿਲਿਆਂ ਦੀ ਹਾਲਤ ਤੁਸੀਂ ਦੇਖਦੇ ਹੋ ਨਾ, ਖੰਡਰ ਬਣ ਗਏ। ਕਿਉਂ ਖੰਡਰ ਬਣ ਗਈ ਕਿਲਿਆਂ ਦੀ ਹਾਲਤ? ਕਿਉਂਕਿ ਉਹਦੇ ਵਿੱਚ ਰਹਿਣਾ ਛੱਡ ਦਿੱਤਾ। ਜਦੋਂ ਰਾਜੇ ਮਹਾਰਾਜੇ ਇਹਨਾਂ ਕਿਲਿਆਂ 'ਚ ਰਹਿੰਦੇ ਸੀ, ਮਹੱਲਾਂ 'ਚ ਰਹਿੰਦੇ ਸੀ, ਉਦੋਂ ਇਹ ਬੜੇ ਖੂਬਸੂਰਤ ਸੀ। ਅੱਜ ਕੱਲ੍ਹ ਰਾਜਿਆਂ ਮਹਾਰਾਜਿਆਂ ਨੇ, ਜਿਹੜੇ ਅਮੀਰਜ਼ਾਦੇ ਨੇ, ਦੂਜੇ ਨੇ, ਉਹਨਾਂ ਨੇ ਇਹਨਾਂ ਪੁਰਾਣੇ ਕਿਲਿਆਂ 'ਚ ਰਹਿਣਾ ਛੱਡ ਦਿੱਤਾ। ਇਸ ਕਰਕੇ ਢਹਿ ਢੇਰੀ ਹੋ ਗਏ। ਦੇਖਣ ਦੇ ਕੰਮ ਤਾਂ ਆਉਂਦੇ ਨੇ, ਵੀ ਪੁਰਾਣੇ ਨੇ, ਦੇਖਣ ਆਉਂਦੇ ਨੇ, ਖੰਡਰ, ਇਤਿਹਾਸ ਜੁੜਿਆ, ਲੇਕਿਨ ਉਹਦਾ ਕਿਸੇ ਕੰਮ ਨਹੀਂ। ਤਾਂ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਪੁਰਖੋ, ਇਹ ਪੁਰਖੋ, ਇਹ ਜਿਹੜਾ ਸਰੀਰ ਹੈ ਨਾ, ਸਰੀਰ ਇਹ ਵੀ ਇੱਕ ਘਰ ਹੈ। ਜੇ ਤੁਸੀਂ ਇਹਦੇ ਅੰਦਰ ਗੁਣ ਨਹੀਂ ਨਾ ਲੈ ਕੇ ਆਓਗੇ ਤੇ ਇਹਨੇ ਵੀ ਢਹਿ ਜਾਣਾ, ਡਿੱਗ ਪੈਣਾ ਹੈ। ਇਹ ਬੇਕਾਰ ਹੈ, ਕੋਈ ਕੰਮ ਦਾ ਨਹੀਂ ਹੈ, ਇਹ ਖਾਲੀ ਹੈ, ਇਹ ਕਿਸੇ ਕੰਮ ਨਹੀਂ ਹੈ। ਇਸ ਉਦਾਹਰਣ ਦੇ ਰਾਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਇਹ ਸਮਝਾਉਂਦੇ ਨੇ ਕਿ ਸਰੀਰ ਵੀ ਇੱਕ ਘਰ ਹੈ, ਜਿਹਦੇ 'ਚ ਪਰਮਾਤਮਾ ਦਾ ਨਾਮ ਨਹੀਂ ਪਾਇਆ ਤੁਸੀਂ, ਜੇ ਬੰਦਗੀ ਨਹੀਂ ਹੈ, ਤੁਸੀਂ ਵਸੇ ਨਹੀਂ ਹੋ ਇਸ ਘਰ ਦੇ ਵਿੱਚ, ਇਸ ਘਰ ਦੇ ਵਿੱਚ ਕਦੇ ਆਏ ਹੋ ਨਹੀਂ ਹੈ, ਤਾਂ ਇਹਨੇ ਵੀ ਡਿੱਗ ਪੈਣਾ, ਕਿਸੇ ਕੰਮ ਦਾ ਨਹੀਂ ਹੈ, ਬੇਕਾਰ ਹੈ, ਢਹਿ ਜਾਣਾ ਇਸ ਨੇ। ਇਸ ਘਰ ਦੇ ਵਿੱਚ ਅਸੀਂ ਨਹੀਂ ਆਉਂਦੇ ਗੁਰੂ ਪਿਆਰਿਓ। ਮਨੁੱਖ ਸਾਰੇ ਸੰਸਾਰ ਦੇ ਵਿਸ਼ਿਆਂ ਦਾ ਚਿੰਤਨ ਕਰਦਾ ਹੈ, ਸਾਰੇ ਸੰਸਾਰ ਦੇ ਵਿਸ਼ਿਆਂ ਦਾ। ਜਿੱਥੇ ਤੁਸੀਂ ਬਹਿ ਜਾਓ, ਕਿਤੇ ਰਾਜਨੀਤਿਕ ਚਿੰਤਨ, ਕਿਤੇ ਸਮਾਜਿਕ ਚਿੰਤਨ, ਕਿਤੇ ਕਾਸੇ ਦਾ ਚਿੰਤਨ, ਕਿਸੇ ਕਾਸੇ ਦਾ ਚਿੰਤਨ। ਪਰ ਕੋਈ ਮਨੁੱਖ ਆਪਣੇ ਆਪ ਦਾ ਚਿੰਤਨ ਨਹੀਂ ਕਰਦਾ, ਜਿਹਨੂੰ ਕਹਿੰਦੇ ਨੇ ਸਵੈ ਚਿੰਤਨ। ਸਵੈ ਚਿੰਤਨ, ਸਵੈ ਚਿੰਤਨ ਕਰਨ ਦੀ ਜਿਹੜੀ ਆਦਤ ਹੈ ਨਾ ਗੁਰੂ ਪਿਆਰਿਓ, ਇਹ ਇਨਸਾਨ ਦੇ ਅੰਦਰੋਂ ਅਲੋਪ ਹੋ ਗਈ ਹੈ। ਮੈਂ ਕੀ ਆ, ਮੈਂ ਕੀ ਕਰ ਰਹਾ? ਲੋਕਾਂ ਨੂੰ ਤਾਂ ਮੈਂ ਪੁੱਛਦਾ ਪਿਆ, ਤੂੰ ਆਹ ਨਹੀਂ ਕੀਤਾ, ਤੂੰ ਆਹ ਨਹੀਂ ਕੀਤਾ, ਤੂੰ ਆਹ ਨਹੀਂ ਕੀਤਾ, ਲੇਕਿਨ ਮੈਂ ਕੀ ਕੀਤਾ ਹੈ? ਮੇਰੇ ਵੀ ਫਰਜ਼ ਸੀ ਆਪਣੇ ਘਰ ਦੇ ਪ੍ਰਤੀ, ਮੈਂ ਕਿਹੜੇ ਪੂਰੇ ਕਰ ਲਏ ਆ? ਮੇਰੇ ਘਰ ਦੇ ਫਰਜ਼, ਮੇਰੇ ਘਰ ਦੀਆਂ ਜ਼ਿੰਮੇਵਾਰੀਆਂ ਉਹ ਹੋਰ ਕੋਈ ਪੂਰੀਆਂ ਕਰੇ, ਲੇਕਿਨ ਲੋਕਾਂ ਨੂੰ ਮੈਂ ਪੁੱਛਦਾ ਫਿਰਾਂ ਕਿ ਤੁਸੀਂ ਕੀ ਕੀਤਾ? ਮੈਨੂੰ ਆਹ ਵੀ ਹਕੂਮਤ ਦੇਵੇ, ਮੈਨੂੰ ਆਹ ਵੀ ਹਕੂਮਤ ਦੇਵੇ, ਮੈਨੂੰ ਆਹ ਵੀ ਹਕੂਮਤ ਦੇਵੇ। ਫਰਜ਼ ਨੇ ਹਕੂਮਤ ਦੇ, ਬਿਲਕੁਲ ਫਰਜ਼ ਨੇ, ਲੇਕਿਨ ਸਾਡੇ ਵੀ ਤਾਂ ਫਰਜ਼ ਨੇ। ਅਸੀਂ ਆਪਣੇ ਫਰਜ਼ਾਂ ਦੀ ਪੂਰਤੀ ਕਦੇ ਕੀਤੀ ਹੈ? ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਪੁਰਖੋ, ਤੁਹਾਡਾ ਜਿਹੜਾ ਸਭ ਤੋਂ ਵੱਡਾ ਫਰਜ਼ ਹੈ ਉਹ ਇਹ ਹੈ ਕਿ ਆਪਣੇ ਅੰਦਰ ਝਾਤ ਮਾਰੋ,
ਆਪਣੇ ਅੰਦਰ ਬੈਠੋ ਕਦੇ। ਜੇ ਤੁਸੀਂ ਆਪਣੇ ਅੰਦਰ ਬੈਠੋਗੇ ਤੇ ਤੁਹਾਡਾ ਘਰ ਆਬਾਦ ਰਹੇਗਾ, ਸਰੀਰ ਆਬਾਦ ਰਹੇਗਾ, ਨਹੀਂ ਤਾਂ ਖਤਮ ਹੋ ਜਾਏਗਾ। ਇਹ ਉਦਾਹਰਨ ਦੇ ਕੇ ਪਾਤਸ਼ਾਹ ਸਮਝਾਉਂਦੇ ਨੇ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ। ਬੱਗਾ, ਬੱਗਾ ਦਾ ਇੱਥੇ ਅਰਥ ਹੈ ਗੁਰੂ ਪਿਆਰਿਓ ਬਗਲਾ। ਬਗਲਾ, ਬੱਗੇ ਕੱਪੜੇ, ਤੇ ਦੂਜੇ ਬੱਗੇ ਦਾ ਅਰਥ ਹੈ ਗੁਰੂ ਪਿਆਰਿਓ ਚਿੱਟਾ। ਸਾਡੇ ਮਾਲਵੇ ਦੇ ਵਿੱਚ ਚਿੱਟੇ ਨੂੰ ਅੱਜ ਵੀ ਕਈ ਬੱਗਾ ਕਹਿੰਦੇ ਨੇ। ਬੱਗਾ ਕਿਹੜੇ ਰੰਗ ਦਾ? ਬੱਗੇ ਰੰਗ ਦਾ। ਬੱਚਾ ਕਿਹੜੇ ਰੰਗ ਦਾ? ਬੱਗੇ ਰੰਗ ਦਾ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਬੱਗਾ, ਪਹਿਲਾ ਬੱਗਾ ਬਗਲਾ ਤੇ ਦੂਸਰਾ ਬੱਗੇ। ਦੂਸਰਾ ਬੱਗੇ ਕਿਉਂ ਕਿਹਾ? ਚਿੱਟੇ, ਕਿਉਂਕਿ ਨਾਲ ਸ਼ਬਦ ਹੈ ਕੱਪੜੇ। ਇੱਥੇ ਕੱਪੜੇ ਦਾ ਅਰਥ ਹੈ ਲਿਬਾਸ, ਪਹਿਰਾਵਾ। ਹੁਣ ਬਗਲੇ ਦੇ ਕੱਪੜੇ ਨਹੀਂ ਪਾਏ ਹੁੰਦੇ ਗੁਰੂ ਪਿਆਰਿਓ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਗਲਾ ਜਿਹੜਾ ਹੈ ਉਹਦਾ ਲਿਬਾਸ ਜਿਹੜਾ ਹੈ, ਉਹ ਦਿਸਦਾ ਜਿਹੜਾ ਹੈ ਉਹ ਚਿੱਟਾ, ਚਿੱਟੇ ਕੱਪੜੇ ਆ ਉਹਦੇ। ਬੱਗਾ ਬੱਗੇ ਕੱਪੜੇ ਤੇ ਰਹਿੰਦਾ ਕਿੱਥੇ ਹੈ? ਤੀਰਥ ਮੰਝ ਵਸਨ, ਤੇ ਤੀਰਥਾਂ ਦੇ ਉੱਤੇ ਰਹਿੰਦਾ। ਤੀਰਥਾਂ ਤੇ, ਤੀਰਥਾਂ ਦੇ ਉੱਤੇ ਕੀ ਹੁੰਦਾ ਗੁਰੂ ਪਿਆਰਿਓ? ਤੀਰਥਾਂ ਦੇ ਉੱਤੇ ਸਰੋਵਰ ਹੁੰਦੇ ਨੇ। ਸਾਡੀ ਭਾਰਤੀ ਟ੍ਰੈਡੀਸ਼ਨ ਦੇ ਵਿੱਚ ਧਾਰਮਿਕ ਅਸਥਾਨਾਂ ਤੇ ਸਰੋਵਰ ਹੁੰਦੇ ਨੇ। ਹਿੰਦੂ ਤੀਰਥ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਬਣੇ ਹੋਏ ਨੇ, ਪਾਣੀ ਦੇ ਕੰਢਿਆਂ ਦੇ ਉੱਤੇ ਵਸੇ ਨੇ। ਜਿੰਨੇ ਵੀ ਹਿੰਦੂ ਤੀਰਥ ਹੈ ਉਹਨਾਂ ਦੇ ਵਿੱਚੋਂ ਜਿਹੜੇ ਮੇਨ ਹੈ ਉਹ ਪਾਣੀ ਦੇ ਕੰਢਿਆਂ ਦੇ ਉੱਤੇ ਨੇ, ਦਰਿਆਵਾਂ ਦੇ ਕੰਢਿਆਂ ਤੇ ਨੇ। ਔਰ ਗੁਰੂ ਘਰਾਂ ਦੇ ਵਿੱਚ ਸਰੋਵਰ ਹੁੰਦੇ ਆ, ਤੇ ਬਗਲੇ ਇਹਨਾਂ ਦਰਿਆਵਾਂ ਔਰ ਸਰੋਵਰਾਂ ਦੇ ਕੰਢਿਆਂ ਦੇ ਉੱਤੇ ਬੈਠਦੇ ਆ, ਤੀਰਥਾਂ ਤੇ ਬੈਠਦੇ ਨੇ। ਕਾਹਦੇ ਵਾਸਤੇ ਬੈਠਦੇ ਨੇ? ਗੁਰੂ ਨਾਨਕ ਸਾਹਿਬ ਮਹਾਰਾਜ ਅਗਲੀ ਪੰਕਤੀ 'ਚ ਸਪਸ਼ਟ ਕਰਦੇ ਨੇ। ਕੀ ਦੱਸਦੇ ਨੇ? ਕੁੱਟ ਕੁੱਟ ਜੀਆ ਖਾਵਣੇ ਬੱਗੇ ਨਾ ਕਹੀਅਨ। ਕਹਿੰਦੇ ਘੁੱਟ ਘੁੱਟ ਜੀਆ ਖਾਵਣੇ, ਕਿਉਂਕਿ ਉੱਥੇ ਉਹ ਘੁੱਟ ਘੁੱਟ ਕੇ ਜੀ ਖਾਂਦੇ ਨੇ, ਮੱਛੀਆਂ ਖਾਂਦੇ ਨੇ ਤਾਲ ਦੇ ਵਿੱਚੋਂ, ਦਰਿਆ ਦੇ ਵਿੱਚੋਂ। ਉਹਨਾਂ ਦਾ ਖੁਰਾਕ ਜਿਹੜਾ ਹੈ, ਉਹਨਾਂ ਦਾ ਆਹਾਰ ਜਿਹੜਾ ਹੈ ਉਹ ਮੱਛੀਆਂ ਨੇ। ਕਹਿੰਦੇ ਬੱਗੇ ਨਾ ਕਹੀਅਨ, ਇਵੇਂ ਕਹਿੰਦੇ ਐ ਪੁਰਖੋ ਜਿਹੜੇ ਸਫੇਦ ਪੋਸ਼ ਨੇ, ਰਹਿੰਦੇ ਵੀ ਧਾਰਮਿਕ ਸਥਾਨਾਂ ਤੇ ਨੇ, ਲੇਕਿਨ ਉਹਨਾਂ ਦਾ ਆਹਾਰ ਜਿਹੜਾ ਹੈ ਉਹ ਸਹੀ ਨਹੀਂ ਹੈ, ਬੇਈਮਾਨੀ ਹੈ ਜੀਵਨ ਦਾ ਅੰਸ਼। ਤਾਂ ਕਹਿੰਦੇ ਫਿਰ ਉਹਨਾਂ ਨੂੰ ਬੱਗੇ ਨਾ ਕਹੋ, ਚਿੱਟੇ ਨਾ ਕਹੋ, ਸਾਫ਼ ਨਾ ਕਹੋ, ਉਹ ਸਾਫ਼ ਨਹੀਂ ਹੈ। ਇੱਕ ਗੱਲ ਚੇਤੇ ਰੱਖਣੀ ਹੈ ਗੁਰੂ ਪਿਆਰਿਓ, ਦੋ ਸ਼ਬਦ ਹੈ, ਇੱਕ ਹੈ ਧਰਮ, ਇੱਕ ਹੈ ਧੰਦਾ। ਅਸੀਂ ਧੰਦਾ ਕਰਦੇ ਹਾਂ ਔਰ ਇੱਕ ਅਸੀਂ ਧਰਮ ਕਰਦੇ ਹਾਂ। ਜੇ ਧੰਦਾ ਕਰਦੇ ਹਾਂ, ਸਾਡੇ ਧੰਦੇ ਦੇ ਵਿੱਚ ਇਮਾਨਦਾਰੀ ਹੈ, ਸਾਡੇ ਧੰਦੇ ਦੇ ਵਿੱਚ ਪਵਿੱਤਰਤਾ ਹੈ, ਤੇ ਸਾਡਾ ਧੰਦਾ ਧਰਮ ਹੈ। ਤੇ ਜੇ ਧਰਮ ਕਰਦੇ ਹਾਂ, ਸਾਡੇ ਧਰਮ ਦੇ ਵਿੱਚ ਧਰਮ ਕਰਮ ਕਰਦੇ ਹਾਂ, ਸਾਡੇ ਅੰਦਰ ਬੇਈਮਾਨੀ ਹੈ, ਸਾਡੇ ਅੰਦਰ ਅਪਵਿੱਤਰਤਾ, ਝੂਠ ਹੈ, ਤੇ ਫਿਰ ਸਾਡਾ ਧਰਮ ਕਰਨਾ ਜਿਹੜਾ ਹੈ ਉਹ ਧੰਦਾ ਹੋ ਜਾਂਦਾ ਹੈ। ਧਰਮ ਧੰਦਾ ਹੋ ਜਾਂਦਾ ਹੈ। ਜੇ ਧਰਮ ਕਰਦੇ ਹਾਂ ਬੇਈਮਾਨੀ ਹੈ, ਧਰਮ ਕਰਦੇ ਹਾਂ ਅਪਵਿੱਤਰਤਾ ਹੈ, ਤੇ ਜੇ ਧੰਦਾ ਕਰਦੇ ਹਾਂ ਪਵਿੱਤਰਤਾ ਹੈ, ਧੰਦਾ ਕਰਦੇ ਹਾਂ ਬੇਈਮਾਨੀ ਨਹੀਂ ਹੈ, ਤੇ ਫਿਰ ਧੰਦਾ ਵੀ ਧਰਮ ਹੋ ਜਾਂਦਾ ਹੈ। ਪਾਤਸ਼ਾਹ ਸਾਨੂੰ ਕਹਿੰਦੇ ਐ ਪੁਰਖੋ ਧੰਦਿਆਂ ਨੂੰ ਵੀ ਧਰਮ ਬਣਾ ਲਓ, ਪਰ ਅਸੀਂ ਧਰਮ ਨੂੰ ਧੰਦਾ ਬਣਾ ਲਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਸਾਨੂੰ ਇਹ ਸਮਝਾਉਂਦੇ ਨੇ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀਅਨ। ਬਗਲੇ ਚਿੱਟੇ ਸਾਫ਼ ਨਹੀਂ ਕਹੇ ਜਾ ਸਕਦੇ, ਉਹ ਜਿਹੜੇ ਸਹੀ ਨਹੀਂ ਹੈ, ਜਿਹੜੇ ਨੋਚਦੇ ਨੇ ਲੋਕਾਂ ਨੂੰ ਨੋਚਦੇ ਨੇ, ਕਿਸੇ ਦੀ ਕੀਤੀ ਹੋਈ ਕਮਾਈ ਨੂੰ ਖੋਹਦੇ ਨੇ, ਨੋਚਦੇ ਨੇ। ਇਹ ਵੀ ਲਹੂ ਪੀਣਾ ਹੀ ਹੈ ਗੁਰੂ ਪਿਆਰਿਓ। ਇਹ ਪਾਤਸ਼ਾਹ ਜੀ ਦੱਸਦੇ ਨੇ, ਅੱਗੇ ਆਖਦੇ ਨੇ, ਸਿਮਲ ਰੁਖ ਸਰੀਰ ਮੈਂ ਜਨ ਦੇਖ ਭੁਲਨ। ਅਸੀਂ ਨਾ ਕਈ ਵਾਰੀ ਸਰੀਰ ਦੇਖ ਲੈਂਦੇ ਹਾਂ, ਬੜਾ ਵਧੀਆ ਸਰੀਰ ਹੈ, ਬੜੇ ਵਧੀਆ ਕੱਪੜੇ ਪਾਏ ਹੈ, ਬੜਾ ਵਧੀਆ ਜਿਹੜਾ ਹੈ ਚਿਹਰਾ ਮੋਹਰਾ ਹੈ, ਬੜੀ ਪ੍ਰਭਾਵਸ਼ਾਲੀ ਸ਼ਖਸੀਅਤ ਹੈ। ਅਸੀਂ ਚਿਹਰਿਆਂ ਮੋਹਰਿਆਂ ਤੋਂ, ਕੱਪੜਿਆਂ ਲੀੜਿਆਂ ਤੋਂ ਪ੍ਰਭਾਵਸ਼ਾਲੀ ਮੰਨਣ ਲੱਗ ਜਾਂਦੇ। ਪ੍ਰਭਾਵਸ਼ਾਲੀ ਬਹੁਤ, ਇਹਦਾ ਤਾਂ ਪ੍ਰਭਾਵ ਹੀ ਕੋਈ ਨਹੀਂ ਹੈ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ? ਕਹਿੰਦੇ ਸਿਮਲ ਰੁੱਖ ਸਰੀਰ ਮੈਂ। ਸਿਮਲ ਦਾ ਇੱਕ ਰੁੱਖ ਹੁੰਦਾ ਹੈ,
ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਜਗ੍ਹਾ ਹੋਰ ਵੀ ਇਹਦੀ ਉਦਾਹਰਨ ਦਿੱਤੀ ਹੈ। ਸਿੰਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ ਉਹ ਜੇ ਆਵਾ ਹੈ ਆਸ ਕਰ ਜਾਏ ਨਰਾਸੇ ਕਿਤ। ਸਿੰਮਲ ਦਾ ਜਿਹੜਾ ਰੁੱਖ ਹੈ ਨਾ ਉਹ ਬਹੁਤ ਉੱਚਾ ਲੰਬਾ ਵਧੀਆ ਰੁੱਖ, ਦਿਸਣ ਨੂੰ ਬਹੁਤ ਵਧੀਆ ਲੱਗਦਾ ਹੈ, ਬਹੁਤ ਵਧੀਆ, ਬਹੁਤ ਖੂਬਸੂਰਤ ਲੱਗਦਾ ਹੈ। ਕਹਿੰਦੇ ਨਾ ਉਹਨੂੰ ਫੁੱਲ ਚੰਗੇ ਨਾ ਉਹਨੂੰ ਫਲ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਕਿਹਾ ਸਿੰਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ ਉਹ ਜੇ ਆਵ ਹੈ ਆਸ ਕਰ ਜਾਏ ਨਰਾਸੇ ਕਿਤ। ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵ ਹੈ ਕਿਤ। ਤੇ ਪੰਛੀ ਜਿਹੜੇ ਹੁੰਦੇ ਆ ਨਾ ਉਹ ਭੁਲੇਖਾ ਖਾ ਕੇ ਵੀ ਬੜਾ ਤਕੜਾ ਰੁੱਖ ਹੈ ਬਈ, ਬੜਾ ਭਰਿਆ ਰੁੱਖ ਹੈ ਬਈ, ਇਹਦੇ ਤੇ ਫਲ ਬੜੇ ਹੋਣਗੇ, ਇਹਦੇ ਫੁੱਲ ਬੜੇ ਵਧੀਆ ਹੋਣਗੇ, ਖਾਂਦੇ ਆ ਚੱਲ ਕੇ, ਬਹਿੰਦੇ ਆ ਚੱਲ ਕੇ। ਖਾਸ ਤੌਰ 'ਤੇ ਤੋਤੇ ਬੜੇ ਭੁਲੇਖਾ ਖਾ ਕੇ ਆਉਂਦੇ ਆ ਸਿੰਮਲ ਰੁੱਖ ਵੱਲ, ਪਰ ਜਦੋਂ ਆਉਂਦੇ ਨੇ ਉਹਨਾਂ ਦੇ ਪੱਲੇ ਨਿਰਾਸ਼ਾ ਪੈਂਦੀ ਹੈ। ਨਾ ਉਹਨਾਂ ਨੂੰ ਖਾਣ ਨੂੰ ਫੁੱਲ ਲੱਭਦੇ ਆ, ਨਾ ਫਲ ਲੱਭਦੇ ਆ, ਕੁਛ ਵੀ ਨਹੀਂ ਲੱਭਦਾ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸਿੰਮਲ ਰੁੱਖ ਸਰੀਰ ਮੈਂ, ਮੇਰਾ ਸਰੀਰ ਵੀ ਸਿੰਮਲ ਦੇ ਰੁੱਖ ਵਰਗਾ ਹੈ, ਦੇਖਣ ਨੂੰ ਹੀ ਸੋਹਣਾ ਲੱਗਦਾ ਹੈ, ਪ੍ਰਭਾਵਸ਼ਾਲੀ ਲੱਗਦਾ ਵੀ ਬੜਾ ਪ੍ਰਭਾਵਸ਼ਾਲੀ ਹੈ। ਮੈਜਨ ਦੇਖ ਭੁਲਾਨਾ, ਜਿਵੇਂ ਸਿੰਮਲ ਦੇ ਰੁੱਖ ਵੱਲ ਤੋਤੇ ਦੇਖ ਕੇ ਭੁੱਲਦੇ ਨੇ, ਤੋਤੇ ਦੇਖ ਕੇ ਭੁੱਲੇ ਆਉਂਦੇ ਨੇ, ਭੁਲੇਖੇ 'ਚ ਆ ਜਾਂਦੇ ਨੇ। ਮੇਰਾ ਸਰੀਰ ਵੀ ਕਹਿੰਦੇ ਦੇਖਣ ਨੂੰ ਹੀ ਸੋਹਣਾ ਲੱਗਦਾ ਹੈ, ਫੱਬਦਾ ਹੈ ਸਰੀਰ, ਚਿਹਰਾ ਮੋਹਰਾ ਦਮਦਾਰ ਲੱਗਦਾ ਹੈ, ਪਰ ਹੈ ਨਹੀਂ ਕੁਛ, ਕੁਛ ਵੀ ਨਹੀਂ ਹੈ। ਤਾਂ ਪਾਤਸ਼ਾਹ ਜੀ ਸਪਸ਼ਟ ਕਰਦੇ ਨੇ ਅਗਲੀ ਪੰਕਤੀ 'ਚ, ਸੇ ਫਲ ਕਮ ਨਾ ਆਵਨੀ ਤੇ ਗੁਣ ਮੈਂ ਤਨ ਹਨ। ਸੇ ਫਲ ਕੰਮ ਨਾ ਆਵਣੀ, ਜਿਵੇਂ ਸਿੰਬਲ ਦੇ ਫਲ ਕਿਸੇ ਕੰਮ ਨਹੀਂ ਨਾ ਆਉਂਦੇ, ਕਹਿੰਦੇ ਤੇ ਗੁਣ ਮੈਂ ਤਨ ਹਨ। ਐਵੇਂ ਕਹਿੰਦੇ ਭਾਈ ਸਾਡੇ ਅੰਦਰ ਵੀ ਕੋਈ ਗੁਣ ਨਹੀਂ ਹੈ। ਕੌਣ ਕਹਿ ਰਿਹਾ? ਗੁਰੂ ਨਾਨਕ ਸਾਹਿਬ ਮਹਾਰਾਜ। ਕਿਹਨੂੰ ਕਹਿ ਰਹੇ ਨੇ? ਸਾਨੂੰ ਕਹਿ ਰਹੇ ਨੇ ਕਿ ਕਦੇ ਸੋਚੋ ਤੇ ਆਖੋ ਆਪਣੇ ਆਪ ਨੂੰ। ਕੀ ਆਖੋ? ਕਿ ਸਿੰਮਲ ਰੁੱਖ ਸਰੀਰ ਮੈਂ, ਮੇਰਾ ਸਰੀਰ ਵੀ ਸਿੰਮਲ ਦੇ ਰੁੱਖ ਵਰਗਾ ਹੈ। ਆਖੋ ਕਹਿੰਦੇ ਕਦੇ ਆਪਣੇ ਆਪ ਨੂੰ ਬਹਿ ਕੇ ਸਵੈ ਚਿੰਤਨ ਕਰੋ, ਮੇਰਾ ਸਰੀਰ ਵੀ ਸਿੰਬਲ ਦੇ ਰੁੱਖ ਵਰਗਾ ਹੈ। ਜਿਵੇਂ ਸਿੰਬਲ ਦੇ ਰੁੱਖ ਦੇ ਫਲ ਕਿਸੇ ਕੰਮ ਨਹੀਂ ਆਉਂਦੇ, ਤੇ ਗੁਣ ਮੈਂ ਤਨ ਹਨ, ਮੇਰੇ ਸਰੀਰ ਦੇ ਅੰਦਰ ਵੀ ਕੋਈ ਗੁਣ ਨਹੀਂ ਹੈ ਜਿਹੜਾ ਕਿਸੇ ਦੇ ਕੰਮ ਆ ਸਕੇ, ਕਿਸੇ ਦੇ ਕੰਮ ਆ ਸਕਾਂ। ਪਰੇਸ਼ਾਨ ਤਾਂ ਕਰ ਸਕਦਾ ਮੈਂ ਲੋਕਾਂ ਨੂੰ, ਉਹਨੂੰ ਵੀ ਤੰਗ ਕਰ, ਉਹਨੂੰ ਵੀ ਤੰਗ ਕਰ, ਉਹਨੂੰ ਵੀ ਪਰੇਸ਼ਾਨ, ਪਰ ਐਸੀ ਕੋਈ ਕਲਾ, ਐਸਾ ਕੋਈ ਗੁਣ ਮੇਰੇ 'ਚ ਨਹੀਂ ਹੈ ਜਿਹਦੇ ਨਾਲ ਮੈਂ ਕਿਸੇ ਨੂੰ ਖੁਸ਼ ਕਰ ਸਕਾਂ, ਕਿਸੇ ਨੂੰ ਮੈਂ ਸੁੱਖ ਦੇ ਸਕਾਂ, ਕਿਸੇ ਨੂੰ ਮੈਂ ਆਰਾਮ ਦੇ ਸਕਾਂ, ਚੈਨ ਦੇ ਸਕਾਂ। ਬੇਚੈਨੀ ਤਾਂ ਦੇ ਦਿੰਦਾ ਮੈਂ। ਇਹ ਪਾਤਸ਼ਾਹ ਦੱਸਦੇ ਨੇ, ਅੱਗੇ ਆਖਦੇ ਨੇ, ਅੰਦੁਲੇ ਭਾਰ ਉਠਾਇਆ ਡੁਗਰ ਵਾਟ ਬਹੁਤ। ਇੱਕ ਸਫ਼ਰ ਹੈ ਗੁਰੂ ਪਿਆਰਿਓ, ਇੱਕ ਸਫ਼ਰ ਜਿਹੜਾ ਜ਼ਿੰਦਗੀ ਦਾ ਅਸੀਂ ਕਰ ਰਹੇ ਹਾਂ, ਇਹ ਸਫ਼ਰ ਹੈ ਵੀ। ਕਹਿੰਦੇ ਅਸੀਂ ਅੰਨੇ ਹਾਂ, ਅੰਨੇ। ਹੁਣ ਇੱਕ ਤਾਂ ਅਸੀਂ ਅੰਨੇ ਹਾਂ, ਇੱਕ ਕਹਿੰਦੇ ਸਿਰ ਦੇ ਉੱਤੇ ਭਾਰ ਚੁੱਕਿਆ ਹੋਇਆ, ਇੱਕ ਕਹਿੰਦੇ ਸਫ਼ਰ ਪਹਾੜੀ ਹੈ। ਪਹਾੜੀ ਸਫ਼ਰ ਜਿਹੜਾ ਬਹੁਤ ਔਖਾ ਹੁੰਦਾ ਹੈ। ਚਲੋ ਅੱਜ ਕੱਲ੍ਹ ਤਾਂ ਸੜਕਾਂ ਵਗੈਰਾ ਬਣ ਗਈਆਂ, ਲੇਕਿਨ ਪੁਰਾਣੇ ਵੇਲਿਆਂ ਦੇ ਵਿੱਚ ਪਹਾੜਾਂ ਦਾ ਸਫ਼ਰ ਜਿਹੜਾ ਹੈ ਉਹ ਪੱਗ ਡੰਡੀਆਂ ਧੋ ਕੇ ਗੁਜ਼ਰਦਾ ਸੀ, ਬਹੁਤ ਉਚਾਈ ਚੜ੍ਹਨੀ ਪੈਂਦੀ ਸੀ। ਕਹਿੰਦੇ ਅੰਦਲੇ ਭਾਰ ਉਠਾਇਆ, ਅਸੀਂ ਅੰਨੇ ਆ, ਅੰਨਿਆਂ ਨੇ ਭਾਰ ਚੁੱਕਿਆ ਹੋਇਆ। ਡੂਗਰ ਵਾਟ ਬਹੁਤ, ਡੂਗਰ ਵਾਟ, ਡੂਗਰ ਵਾਟ ਦਾ ਮਤਲਬ ਹੈ ਬੜੀ ਔਖੀ ਵਾਟ, ਪਹਾੜੀ ਵਾਟ। ਸਭ ਤੋਂ ਔਖੀ ਵਾਟ ਜਿਹੜੀ ਹੈ ਨਾ ਉਹ ਪਹਾੜੀ ਹੁੰਦੀ ਹੈ। ਉੱਚੀਆਂ ਨੀਵੀਆਂ ਖੱਡਾਂ, ਕਿਤੇ ਉਚਾਈ 'ਚ ਜਾਣਾ, ਕਿਤੇ ਥੱਲੇ ਉਤਰਨਾ। ਇਹ ਪਾਤਸ਼ਾਹ ਦੱਸਦੇ ਨੇ। ਇੱਕ ਹੋਰ ਲਫ਼ਜ਼ ਆਖਦੇ ਨੇ ਨਾਲ ਹੀ, ਕੀ ਦੱਸਦੇ ਨੇ? ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ। ਅੱਖੀ ਲੋੜੀ ਨਾ ਲਹਾ, ਤੇ ਦੂਜਾ ਕਹਿੰਦੇ ਸਾਨੂੰ ਕਹਿੰਦੇ ਹੁਣ ਦਿਸਦਾ ਹੀ ਨਹੀਂ ਹੈ, ਸਮਝ ਹੀ ਨਹੀਂ ਲੱਗਦੀ ਵੀ ਕਿੱਧਰ ਜਾਣਾ ਹੈ, ਅੱਖਾਂ ਤੋਂ ਸਮਝ ਹੀ ਨਹੀਂ ਲੱਗਦੀ, ਕਿਉਂਕਿ ਅੰਨੇ ਆ ਨਾ। ਅੱਖੀ ਲੋੜੀ ਨਾ ਲਹਾ, ਇਸ ਕਰਕੇ ਅੱਖਾਂ ਜਿਹੜੀਆਂ ਨੇ ਉਹ ਦੇਖਦੀਆਂ ਨਹੀਂ ਹੈ ਕਿੱਧਰ ਜਾਣਾ ਹੈ। ਮਹਾਰਾਜ ਇੱਕ ਸਵਾਲ ਕਰਦੇ ਨੇ, ਕਹਿੰਦੇ ਐ ਪੁਰਖੋ ਹਉ ਚੜ ਲੰਘਾ ਕਿਤ। ਹਉ ਮੈਂ, ਚੜ ਲੰਘਾ, ਚੜ ਕੇ ਲੰਘਾ, ਪਾਰ ਕਿਵੇਂ, ਕਿਵੇਂ ਪਾਰ ਲੰਘ ਸਕਦਾ ਮੈਂ? ਸਾਨੂੰ ਕਹਿ ਰਹੇ ਨੇ ਇਹ ਸਮੱਸਿਆ ਸਾਡੀ ਹੈ, ਲੇਕਿਨ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ ਕਿ ਤੁਸੀਂ ਕਦੇ ਬੈਠ ਕੇ ਆਪਣੀ ਇਸ ਸਮੱਸਿਆ ਦਾ ਚਿੰਤਨ ਕਰਿਓ ਜੇ। ਇਹ ਜ਼ਿੰਦਗੀ ਇੱਕ ਸਫ਼ਰ ਹੈ, ਪਹਾੜੀ ਸਫ਼ਰ।
ਅਸੀਂ ਅੰਨੇ ਆ, ਨਾ ਸਮਝੇ ਤੇ ਸਿਰਾਂ ਤੇ ਭਾਰ ਚੁੱਕਿਆ ਹੋਇਆ ਹੈ। ਇਹ ਪਾਰ ਕਿਵੇਂ ਕਰਨਾ ਸਫ਼ਰ, ਕਦੇ ਸੋਚਿਓ ਬੈਠ ਕੇ। ਇਹ ਪਾਤਸ਼ਾਹ ਸਮਝਾਉਂਦੇ ਨੇ। ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਮਹਾਰਾਜ ਕਹਿੰਦੇ ਐ ਪੁਰਖੋ, ਇਨਸਾਨ ਦੀ ਫਿਤਰਤ ਦੇਖੋ ਕਿ ਸਫ਼ਰ ਤੋਂ ਪਾਰ ਲੰਘਣ ਦੇ ਲਈ ਇਨਸਾਨ ਜਿਹੜਾ ਹੈ ਕਿਤੇ ਖੁਸ਼ਾਮਦੀਆਂ, ਕਿਤੇ ਚੰਗਿਆਈਆਂ, ਕਿਤੇ ਚੁਸਤੀਆਂ ਚਲਾਕੀਆਂ ਜਿਹੜੀਆਂ ਵਰਤਦਾ। ਪਹਾੜੀ ਸਫ਼ਰ ਹੈ, ਔਖਾ, ਅੱਖਾਂ ਤੋਂ ਦਿਸਦਾ ਨਹੀਂ ਹੈ, ਸਿਰ ਤੇ ਭਾਰ ਰੱਖਿਆ ਤੇ ਪਾਰ ਲੰਘਣ ਵਾਸਤੇ ਸਹਾਰਾ ਕਿਹਨੂੰ ਬਣਾਉਂਦਾ? ਚੁਸਤੀਆਂ ਚਲਾਕੀਆਂ ਤੇ ਬੇਈਮਾਨੀਆਂ ਨੂੰ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਕਿਸ ਕੰਮ ਹੈ? ਕਹਿੰਦੇ ਕਿਸੇ ਕੰਮ ਨਹੀਂ ਹੈ। ਇਹ ਦੁਨੀਆ ਦੀਆਂ ਚੁਸਤੀਆਂ ਚਲਾਕੀਆਂ, ਆ ਕਲਾਬਾਜ਼ੀਆਂ, ਇਹ ਕਹਿੰਦੇ ਤੁਹਾਨੂੰ ਪਾਰ ਨਹੀਂ ਲੰਘਾ ਸਕਦੀਆਂ। ਮਹਾਰਾਜ ਫਿਰ ਦੱਸੋ ਪਾਰ ਕਿਵੇਂ ਲੰਘ ਸਕਦੇ ਹਾਂ, ਕਿਵੇਂ ਬਚ ਸਕਦੇ ਹਾਂ? ਤਾਂ ਆਖਰੀ ਪੰਕਤੀ 'ਚ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਸਾਨੂੰ ਸਮਝਾਉਂਦੇ ਨੇ। ਕੀ ਆਖਦੇ ਨੇ? ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿਤ। ਨਾਨਕ, ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਸਮਝਾਓ ਸਤਸੰਗਤ 'ਚ ਜਿਹੜੇ ਬੈਠੇ ਨੇ, ਸੁਣ ਰਹੇ ਨੇ ਜਿਹੜੇ ਅੱਜ ਇਸ ਪਾਵਨ ਪਵਿੱਤਰ ਵਿਚਾਰ ਨੂੰ, ਇਹਨਾਂ ਨੂੰ ਆਖੋ ਕਿ ਨਾਮ ਸੰਭਾਲ ਤੂੰ। ਉਹ ਪੁਰਖਾ ਨਾਮ ਸੰਭਾਲ। ਨਾਮ ਕੀ ਹੈ? ਨਾਮ ਸੱਜਣ ਹੈ, ਇਹਨੂੰ ਸੰਭਾਲ ਤੂੰ। ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟਾ ਹੈ ਜਿੱਤ। ਕਹਿੰਦੇ ਜਿਸ ਨਾਲ ਤੂੰ ਬੰਨਿਆ ਹੋਇਆ ਛੁੱਟ ਸਕਦਾ ਹੈ, ਜਿਸ ਨਾਲ, ਜਿਸ ਤਰੀਕੇ ਤੂੰ ਬੰਨਿਆ ਹੋਇਆ ਛੁੱਟ ਸਕਦਾ ਹੈ, ਉਹ ਨਾਮ ਤੇਰਾ ਮਿੱਤਰ ਹੈ, ਤੇਰਾ ਸੱਜਣ ਹੈ, ਉਹਨੂੰ ਤੂੰ ਸੰਭਾਲ ਲਾ। ਜੇ ਸੰਭਾਲ ਸਕਦਾ ਤਾਂ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਜ ਸਾਨੂੰ ਆਪਣੀ ਗੋਦ 'ਚ ਬਿਠਾ ਕੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਮਾਂ ਧੀ ਨੂੰ ਕੋਲ ਬਿਠਾ ਕੇ, ਪਿਓ ਪੁੱਤ ਨੂੰ ਕੋਲ ਬਿਠਾ ਕੇ ਸਿੱਖਿਆ ਦਿੰਦਾ ਹੈ, ਉਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਸਾਨੂੰ ਆਪਣੀ ਗੋਦ 'ਚ ਬਿਠਾ ਕੇ ਸਮਝਾਉਂਦੇ ਹੈ ਕਿ ਨਾਮ ਸੰਭਾਲ ਲਾ ਪੁਰਖਾ। ਬੰਦਗੀ ਕਰਿਆ ਕਰ, ਭਗਤੀ ਕਰਿਆ ਕਰ, ਕੋਈ ਸੇਵਾ ਸਿਮਰਨ ਕਰਿਆ ਕਰ, ਕੋਈ ਪਰਉਪਕਾਰ ਕਰਿਆ ਕਰ। ਇਹ ਪਾਤਸ਼ਾਹ ਨੇ ਸਮਝਾਇਆ। ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਸਮਾਪਤੀ ਕਰਦੇ ਹਾਂ। ਇਤਿਹਾਸ ਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਰਲ ਮਿਲ ਕੇ ਆਖਰੀ ਪੰਕਤੀਆਂ ਪੜ੍ਹੀਏ। ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟ ਹੈ ਜਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।